KRP 11 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਤ ਵੱਲੋਂ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। 12 ਅਪ੍ਰੈਲ 2022 ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਦੂਸਰੇ ਹਿੱਸੇ 'ਚ ਆਪ ਸਭ ਦਾ ਸਵਾਗਤ ਹੈ। ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਹਫ਼ਤੇ ਦੇ 5 ਦਿਨ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਮੇਰਾ ਸਾਥ ਹਮੇਸ਼ਾ ਹੀ ਦਿੰਦੇ ਨੇ ਡਾਕਟਰ ਸ਼ਿੰਦਰ ਪੁਰੇਵਾਲ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਡਾਕਟਰ ਸਾਹਿਬ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ। ਅੱਜ ਵੀ ਆਪਾਂ ਗੱਲਬਾਤ ਦਾ ਜੋ ਸਿਲਸਿਲਾ ਆਪਣੇ ਸ਼ਹਿਰ ਤੇ ਸ਼ੁਰੂ ਕਰ ਲੈਂਦੇ ਹਾਂ। ਗੱਲ ਕਰ ਲੈਂਦੇ ਆਪਾਂ ਸਿਟੀ ਆਫ ਸਰੀ ਦੀ। ਸਰੀ ਕਾਉਂਸਲ ਨੇ ਕੋਡ ਆਫ ਕੰਡਕਟ ਇਨਵੈਸਟੀਗੇਸ਼ਨਸ ਨੂੰ ਨੈਕਸਟ ਇਲੈਕਸ਼ਨ ਤੱਕ ਸਸਪੈਂਡ ਕਰ ਦਿੱਤਾ, ਜਿਵੇਂ ਕਿ ਕੱਲ ਆਪਾਂ ਗੱਲਬਾਤ ਕਰਦੇ ਸੀ ਜੀ। ਠੀਕ ਬਿਲਕੁਲ ਉਸੇ ਤਰ੍ਹਾਂ ਹੋਇਆ ਤੇ ਇਸ ਦੇ ਨਾਲ ਹੀ ਹੁਣ ਮੇਅਰ ਸਾਹਿਬ ਦਾ ਜਿਹੜਾ ਹੈਗਾ ਟ੍ਰਾਇਲ ਉਹ ਵੀ ਸ਼ੁਰੂ ਹੋਣ ਜਾ ਰਿਹਾ। ਇਹ ਦੋਨੋਂ ਚੀਜ਼ਾਂ ਤੇ ਆਪਾਂ ਗੱਲਬਾਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਗੱਲ ਜਿਹੜੀ ਕਰਦੇ ਸੀ ਕਿ ਉਹ ਟਾਈਮਿੰਗ ਦੇਖੋ ਨਾ, ਟਾਈਮਿੰਗ ਦੇ ਨਾਲ ਇਹਨਾਂ ਨੇ ਐਥਿਕਸ ਕਮਿਸ਼ਨਰ ਦੀ ਕੰਟਰੋਵਰਸੀ ਜਾਣਬੁੱਝ ਕੇ ਖੜੀ ਕੀਤੀ ਕਿ ਲੋਕੀ ਸ਼ਾਇਦ ਇਹਦੇ ਬਾਰੇ ਗੱਲਾਂ ਕਰਦੇ ਰਹਿਣ, ਮੇਅਰ ਦੇ ਅਸਲੀ ਟ੍ਰਾਇਲ ਬਾਰੇ ਜਿਹਦੇ ਤੇ ਜਿਹੜਾ ਕ੍ਰਿਮੀਨਲ ਚਾਰਜ ਆ ਉਹਦੇ ਬਾਰੇ ਗੱਲ ਨਾ ਕਰਨ। ਐਕਚੁਅਲੀ ਉਹ ਇਸ ਚੀਜ਼ ਦੇ ਵਿੱਚ ਟੂ ਸਮ ਐਕਸਟੈਂਟ ਕਾਮਯਾਬ ਹੋਏ ਵੀ ਨੇ, ਕਿਉਂਕਿ ਜਦੋਂ ਆਪਾਂ ਦੇਖਿਆ ਨਾ ਨਿਊਜ਼ ਦੇ ਵਿੱਚ ਹਰ ਜਗ੍ਹਾ ਦੇ ਉੱਪਰ ਲੋਕਾਂ ਦੇ ਵਿੱਚ ਇਹ ਕੋਡ ਆਫ ਕੰਡਕਟ ਨੂੰ ਲੈ ਕੇ ਡਿਸਕਸ਼ਨ ਜੀ ਸ਼ੁਰੂ ਹੋ ਗਈ, ਇਹਦੇ ਬਾਰੇ ਲੋਕ ਗੱਲਬਾਤ ਕਰਨ ਲੱਗ ਗਏ। ਟ੍ਰਾਇਲ ਦੀ ਜਿਹੜੀ ਖਬਰ ਸੀ ਪਰ ਉਹਦੇ ਤੋਂ ਬਾਅਦ ਦੀ ਸੀ, ਉਹਦੇ ਤੇ ਇੰਨੀ ਜ਼ਿਆਦਾ ਗੱਲਬਾਤ ਨਹੀਂ ਹੋਈ। ਪਰ ਉਹ ਜਿਹੜਾ ਟ੍ਰਾਇਲ ਸ਼ੁਰੂ ਹੋਣਾ ਅਪ੍ਰੈਲ 14 ਨੂੰ 14 ਅਪ੍ਰੈਲ ਨੂੰ, ਤਾਂ ਉਹਦੇ ਬਾਰੇ ਵੀ ਲੋਕਾਂ ਨੇ ਗੱਲਬਾਤ ਕਰਨੀ ਹੈ। ਹਾਂਜੀ। ਐਥਿਕਸ ਕਮਿਸ਼ਨਰ ਦੀ ਕਾਰਵਾਈ ਬੰਦ ਕਰ ਦੇਣੀ, ਇਹ ਵੀ ਵੱਡੀ ਗੱਲ ਹੈ ਵੈਸੇ ਆਪਣੇ ਆਪ ਦੇ ਵਿੱਚ, ਜੇ ਇਹ ਟਾਈਮਿੰਗ ਹੋਰ ਹੁੰਦੀ। ਹਾਂਜੀ। ਕਿਉਂਕਿ ਤੁਸੀਂ ਜਿਹੜੇ ਐਥਿਕਸ ਕਮਿਸ਼ਨਰ ਦੇ, ਜੇ ਤੁਸੀਂ ਉਹ ਕੋਡ ਆਫ ਐਥਿਕਸ ਪੜ੍ਹਦੇ ਆ, ਬਹੁਤ ਕੁਝ ਕਵਰ ਕਰਦੇ ਆ ਉਹ, ਜਿਹੜਾ ਕਿ ਵੈਸੇ ਵੀ ਅਖਲਾਕੀ ਤੌਰ ਤੇ ਕਾਉਂਸਲਰਜ਼ ਨੂੰ ਤਾਂ ਮੇਅਰਜ਼ ਨੂੰ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਗੱਲਾਂ, ਉਹ ਸਾਰੀਆਂ ਹੀ ਕਵਰ ਕਰਦੇ ਆ। ਉਹਨਾਂ ਦੇ ਆਫਿਸ ਦੇ ਵਿੱਚ ਕਿੱਦਾਂ ਦਾ ਬਿਹੇਵੀਅਰ ਹੋਣਾ ਚਾਹੀਦਾ, ਉਹਨਾਂ ਦੇ EMPLOYEES ਦੇ ਨਾਲ ਕੀ ਕਰਨਾ ਚਾਹੀਦਾ, ਲੋਕਾਂ ਨਾਲ ਕੀ ਗੱਲ ਕਰਨੀ ਚਾਹੀਦੀ। ਫਾਰ ਐਗਜ਼ਾਮਪਲ ਕਿ ਐਥਿਕਸ ਗਾਈਡਲਾਈਨਸ ਤੇ ਕਿ ਤੁਸੀਂ ਧਮਕੀਆਂ ਨਹੀਂ ਦੇ ਸਕਦੇ ਜੀ। ਹੁਣ ਮੈਂ ਕੁਝ ਬੰਦਿਆਂ ਨੂੰ ਜਾਣਦਾ ਜਿਹੜੇ ਆਪ ਡਿਵੈਲਪਰ ਆ। ਹਾਂਜੀ। ਉਹ ਕਹਿੰਦੇ ਕਿ ਮੇਅਰ ਤੇ ਕਾਉਂਸਲਰਸ ਤਾਂ ਇਲੈਕਟਡ ਬੰਦੇ ਆ ਨਾ, ਉਹ ਉੱਥੇ ਬੈਠ ਕੇ ਫੈਸਲਾ ਕਰਦੇ ਆ, ਉਹ ਤਾਂ ਜੁਦੀ ਗੱਲ ਹੈ। ਪਰ ਉੱਥੇ ਸਰੀ ਦੇ ਵਿੱਚ ਇੱਕ ਬੰਦਾ ਜਿਹੜਾ ਇਲੈਕਟਡ ਨਹੀਂ, ਤਾਂ ਉਹ ਸਰੀ ਦੇ ਵਿੱਚ ਸ਼ਾਇਦ ਰਹਿੰਦਾ ਵੀ ਨਹੀਂ, ਉਹ ਬੰਦਾ ਫੈਸਲੇ ਕਰੇ ਕਿ ਕਿਹਨੂੰ ਪ੍ਰੋਜੈਕਟ ਮਿਲਣਾ ਕਿਹਨੂੰ ਨਹੀਂ ਮਿਲਣਾ। ਇਹ ਪਤਾ ਨਹੀਂ ਕਿਹੜੇ ਦੇਸ਼ ਦੀ ਗੱਲ ਕਰ ਰਹੇ ਆ। ਈਵਨ ਥਰਡ ਵਰਲਡ ਡੈਮੋਕ੍ਰੇਸੀਜ਼ ਦੇ ਵਿੱਚ ਵੀ ਉਹ ਕਮ ਸੇ ਕਮ ਬਾਹਰੀ ਤੌਰ ਤੇ ਉਹ ਦਿਖਾੜਦੇ ਆ ਕਿ ਜਿਹੜੇ ਇਲੈਕਟਡ ਅਫੀਸ਼ੀਅਲਸ ਆ, ਜਿਨ੍ਹਾਂ ਨੂੰ ਚੁਣ ਕੇ ਤੁਸੀਂ ਭੇਜਿਆ ਉੱਥੇ, ਚਾਹੇ ਉਹ MLA ਆ ਚਾਹੇ MPs ਨੇ, ਉਹ ਤੁਹਾਨੂੰ ਵੋਟ ਪਾਉਂਦੇ ਨਜ਼ਰ ਆਉਣਗੇ। ਜਿਹੜਾ ਇੱਕ ਬੰਦਾ ਪਿੱਛੇ ਬੈਠ ਕੇ ਸਾਰੇ ਦੱਸੇ ਕਿ ਇਹ ਪ੍ਰੋਜੈਕਟ ਸਾਡੇ ਆਉਣਾ ਚਾਹੀਦਾ, ਇਹ ਨਹੀਂ ਆਉਣਾ ਚਾਹੀਦਾ, ਉਹ ਉਹਨਾਂ ਤੋਂ ਕੋਲੋਂ ਝੱਲ ਨਹੀਂ ਹੁੰਦਾ। ਬੰਦੇ ਸੋਚਦੇ ਕਿ ਬੰਦਾ ਖੁਦ ਇੱਕ ਡਿਵੈਲਪਰ ਹੋਵੇ ਔਰ ਫੈਸਲੇ ਕਰੇ ਸਿਟੀ ਆਫ ਸਰੀ ਦੇ ਕਿ ਇਹਦੇ ਵਿੱਚ ਕਿਹੜੀ ਡਿਵੈਲਪਮੈਂਟ ਹੋਣੀ ਆ ਕਿਹੜੀ ਨਹੀਂ ਹੋਣੀ। ਹੁਣ ਇਹ ਜੇ ਐਥਿਕਸ ਕਮਿਸ਼ਨਰ ਦੇ ਕੋਲ ਗੱਲਾਂ ਜਾਂਦੀਆਂ ਆ, ਉਹ ਇਨਵੈਸਟੀਗੇਸ਼ਨ ਕਰਨਗੇ ਔਰ ਇਨਵੈਸਟੀਗੇਸ਼ਨ ਕਰਦੇ ਕਈ ਬੰਦੇ ਕਈ ਤਾਂ ਵਿਚਾਰੇ ਡਰਦੇ ਵੀ ਆ ਵੈਸੇ ਜਿਹੜੇ ਡਿਵੈਲਪਰਸ ਆ ਕਿ ਸਿਟੀ ਕਾਉਂਸਲ ਦੇ ਕੋਲ, ਮੇਅਰ ਦੇ ਕੋਲ ਬੜੇ ਰਾਈਟਸ ਨੇ, ਸਾਨੂੰ ਕਿਤੇ ਬਲੈਕ ਲਿਸਟ ਹੀ ਨਾ ਕਰ ਦੇਣ। ਪਰ ਜਿਵੇਂ ਹੁਣ ਤੁਸੀਂ ਮੈਂਸ਼ਨ ਕੀਤਾ ਵੀ ਕੋਈ ਹੋਰ ਬੰਦਾ ਜਿਹਦੇ ਕੋਲ ਇੰਨੀਆਂ ਸਾਰੀਆਂ ਪਾਵਰਸ ਹੈਗੀਆਂ ਨੇ, ਉਹਨੂੰ ਇਹ ਪਾਵਰਸ ਕਿਸੇ ਨੇ ਤਾਂ ਦਿੱਤੀਆਂ ਨਾ, ਤੇ ਨਾਲੇ ਵੈਸੇ ਵੀ ਕੋਈ ਵੀ ਬੰਦਾ ਜੇ ਉਹ ਇਲੈਕਟਡ ਅਫੀਸ਼ੀਅਲ ਹੈ ਹੀ ਨਹੀਂ, ਉਹਦਾ ਕੋਈ ਹੱਕ ਵੀ ਨਹੀਂ ਬਣਦਾ ਹੈਗਾ ਕਿ ਜਾ ਕੇ ਉਹ ਸਿਟੀ ਦੇ ਫੈਸਲੇ ਆਪ ਲਵੇ। ਪਰ ਉਹਨਾਂ ਨੇ ਇਹਦਾ ਤਾਂ ਜਵਾਬ ਮੇਅਰ ਸਾਹਿਬ ਦੇ ਸਕਦੇ ਨਾ। ਮੇਅਰ ਨੇ ਕਿਉਂ ਇੱਕ ਬੰਦਾ ਰੱਖਿਆ ਹੋਵੇ ਉੱਥੇ, ਜਾਂ 2 ਬੰਦੇ ਰੱਖੇ ਹੋਣ, 10 ਬੰਦੇ ਰੱਖੇ ਹੋਣ, ਜਿਹੜੇ ਚੁਣੇ ਹੀ ਨਹੀਂ ਹੋਏ, ਉਹ ਫੈਸਲੇ ਕਰਨ ਕਿ ਇਸ ਸਿਟੀ ਦੇ ਵਿੱਚ, ਇਸ ਸ਼ਹਿਰ ਦੇ ਵਿੱਚ ਕਿਹੜੇ ਪ੍ਰੋਜੈਕਟ ਆਉਣੇ ਆ,
ਕਿਹੜੇ ਨਹੀਂ ਆਉਣ ਦੇਣੇ ਅਸੀਂ। ਔਰ ਅੱਜ ਕੱਲ ਹੁਣ ਐਥਿਕਸ ਕਮਿਸ਼ਨਰ ਦੀ ਵੈਸੇ ਵੀ ਬੰਦ ਕਰਤੀ ਕਾਰਵਾਈ ਉਹਨਾਂ ਨੇ। ਹੁਣ ਇੱਕ ਮਿਸਾਲ ਲੈਨੇ ਅਸੀਂ, ਮੈਂ ਇੱਕ ਡਿਵੈਲਪਰ ਹੋਵਾਂ, ਮੈਨੂੰ ਉਸ ਬੰਦੇ ਦਾ ਫੋਨ ਆਵੇ ਵੀ ਜੇ ਸਾਡਾ ਹਿੱਸਾ ਹੈ ਨਹੀਂ ਤਾਂ ਤੇਰੀ ਡਿਵੈਲਪਮੈਂਟ ਨਹੀਂ ਅੱਗੇ ਜਾਣੀ। ਜੇ ਤਾਂ ਐਥਿਕਸ ਕਮਿਸ਼ਨਰ ਕੰਮ ਕਰਦਾ ਹੋਵੇ ਫਿਰ ਤਾਂ ਮੈਂ ਹੌਸਲਾ ਕਰਕੇ ਉਹਨਾਂ ਦੇ ਅਪਰੋਚ ਕਰੂੰਗਾ ਕਿ ਭਾਈ ਆਹ ਕੁਛ ਹੋ ਰਿਹਾ ਤੁਹਾਡੇ ਸਿਟੀ ਦੇ ਵਿੱਚ, ਮੈਂ ਕੋਈ ਗਲਤ ਗੱਲ ਨਹੀਂ ਕਰ ਰਿਹਾ, ਜਿਹੜੀਆਂ ਗਾਈਡਲਾਈਨਸ ਆ ਉਹਦੇ ਹਿਸਾਬ ਦੇ ਨਾਲ ਪ੍ਰੋਜੈਕਟ ਦੇ ਰਿਹਾ, ਉਹਦੇ ਨਾਲ ਡਿਵੈਲਪਮੈਂਟ ਕਰ ਰਿਹਾ, ਉਹਦੇ ਨਾਲ ਵਿਕਾਸ ਕਰ ਰਿਹਾ ਸ਼ਹਿਰ ਦਾ, ਤੇ ਮੈਨੂੰ ਇਹ ਧਮਕੀਆਂ ਦੇ ਰਹੇ ਆ ਕਿ ਜਿੰਨਾ ਚਿਰ ਉਹਨਾਂ ਦਾ ਹਿੱਸਾ ਨਹੀਂ ਆ ਉਹਨਾਂ ਚਿਰ ਡਿਵੈਲਪਮੈਂਟ ਪ੍ਰੋਜੈਕਟ ਜਿਹੜਾ ਅੱਗੇ ਨਹੀਂ ਜਾਣ ਦੇਣਾ ਸੀ। ਤੁਸੀਂ ਇਨਵੈਸਟੀਗੇਸ਼ਨ ਤਾਂ ਕਰੋ। ਤਾਂ ਜੇ ਉਹ ਕਮਿਸ਼ਨਰ ਦੀ ਕਾਰਵਾਈ ਬੰਦ ਕਰ ਦਿੱਤੀ ਹੈ ਤਾਂ ਫਿਰ ਕੰਪਲੇਂਟ ਕਿਹਨੂੰ ਕਰਾਂਗੇ ਜੀ? ਨਾ ਰਹੇ ਤੇ ਨਾ ਵੱਜੇ ਬਾਂਸਰੀ ਤੇ ਉਹਨਾਂ ਨੇ ਬਾਂਸ ਹੀ ਤੋੜ ਕੇ ਰੱਖ ਦਿੱਤਾ। ਇਹ ਵੈਸੇ ਨਾਰਮਲੀ ਸਿਟੀਜ਼ ਦੇ ਵਿੱਚ ਇਲੈਕਸ਼ਨ ਦੌਰਾਨ, ਬਿਲਕੁਲ ਇਲੈਕਸ਼ਨ ਤੋਂ ਮਹੀਨਾ ਜਾਂ 2 ਮਹੀਨੇ, ਬਹੁਤ ਸਿਟੀਜ਼ ਦੇ ਵਿੱਚ ਐਥਿਕਸ ਕਮਿਸ਼ਨਰ ਦੀਆਂ ਕਾਰਵਾਈਆਂ ਨੂੰ ਬੰਦ ਕਰ ਦਿੰਦੇ ਆ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕਈ ਫ੍ਰਿਵਲਸ ਕੰਪਲੇਂਟ ਵੀ ਆ ਜਾਂਦੇ ਆ। ਹਾਂਜੀ, ਇਹ ਮੰਨਿਆ ਜਾਂਦਾ ਹੈ ਕਿ ਉਸ ਵੇਲੇ ਥੋੜਾ ਚਿਰ ਲਈ ਤੁਸੀਂ ਬੰਦ ਕਰ ਦਿਓ, ਪਰ ਇਹ ਨਹੀਂ ਹੋ ਸਕਦਾ ਕਿ ਜਿੱਦਾਂ ਪਹਿਲਾਂ ਇਹਨਾਂ ਨੇ ਜਨਵਰੀ 'ਚ ਕੋਸ਼ਿਸ਼ ਕੀਤੀ, ਹੁਣ 6 ਮਹੀਨੇ ਪਏ ਅਜੇ ਇਲੈਕਸ਼ਨ ਦੇ ਵਿੱਚ। ਹਾਂਜੀ, ਕਾਫੀ ਜ਼ਿਆਦਾ ਸਮਾਂ। ਸੋ 6 ਮਹੀਨੇ ਦੇ ਵਿੱਚ ਕੋਈ ਵੀ ਐਥਿਕਸ ਕਮਿਸ਼ਨਰ ਦੀ ਕਾਰਵਾਈ ਨਹੀਂ ਹੋਣੀ। ਉਹ ਇਟ ਸਪੀਕਸ ਵੋਲਿਊਮਸ ਅਬਾਊਟ ਦੀ ਸਿਟੀ। ਯਾ ਐਬਸੋਲੂਟਲੀ। ਤੁਸੀਂ ਦੇਖੋ ਵੀ ਕੀ ਕਰਦੇ ਹੋਣਗੇ ਕੌਂਸਲਰ ਜਾਂ ਮੇਅਰ ਜਿਹੜੇ ਆਪਣੀਆਂ ਕਾਰਵਾਈ। ਐਥਿਕਸ ਕਮਿਸ਼ਨਰ ਜਿਹੜਾ ਇਹ ਨਹੀਂ ਹੈ ਕੋਈ ਕ੍ਰਿਮੀਨਲ ਇਨਵੈਸਟੀਗੇਸ਼ਨ ਕਰਦਾ ਹੈ, ਉਹ ਤਾਂ ਮਾੜੀਆਂ ਗੱਲਾਂ ਕਰਦੇ ਆ, ਜਿਹੜਾ ਛੋਟਾ ਜਿਹਾ ਫਾਈਨ ਕਰਦੇ ਹੁੰਦੇ ਆ, ਪਰ ਉਹ ਆਪਣੇ ਆਪ ਦੇ ਵਿੱਚ ਇੱਕ ਗੈਰ ਅਖਲਾਕੀ ਗੱਲ ਕਰਨੀ, ਲੋਕਾਂ ਦੇ ਵਿੱਚ ਉਹ ਆਉਣੀ, ਪਬਲਿਕ ਦੇ ਵਿੱਚ ਪਬਲਿਕ ਨੇ ਇਹ ਸੋਚਣਾ ਕਿ ਇਹ ਗੈਰ ਅਖਲਾਕੀ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਸੱਟ ਵੱਜਦੀ ਹੈ। ਹਾਂਜੀ, ਉਹਦੀ ਕੀ ਕਹਿੰਦੇ ਸ਼ਰਮ ਹੀ ਆ, ਕੋਈ ਐਡੀ ਉਹਦਾ ਕੋਈ ਇਹ ਨਹੀਂ ਹੈ ਕਿ ਇਹਨੂੰ 5 ਸਾਲ ਦੀ ਸਜ਼ਾ ਹੋ ਜਾਣੀ ਹੈ। ਉਹ ਕੋਈ ਕ੍ਰਿਮੀਨਲ ਇਨਵੈਸਟੀਗੇਸ਼ਨ ਨਹੀਂ ਹੈ, ਪਰ ਕ੍ਰਿਮੀਨਲ ਇਨਵੈਸਟੀਗੇਸ਼ਨ 14 ਨੂੰ ਸ਼ੁਰੂ ਹੋਣੀ ਹੈ। ਇਹਦੇ ਵਿੱਚ ਹਾਈਬ੍ਰਿਡ ਕ੍ਰਾਈਮ ਕੀਤਾ ਉਹਨਾਂ ਨੇ, ਇੰਡਾਈਟੇਬਲ ਵੀ ਸੀ ਤੇ ਸਮਰੀ ਕਨਵੈਕਸ਼ਨ ਵੀ ਹੈ। ਹੁਣ ਜੱਜ ਨੇ ਪਹਿਲਾਂ ਪੁੱਛਿਆ ਉਹਨਾਂ ਨੂੰ ਕਿ ਤੁਸੀਂ ਗਿਲਟੀ ਪਲੀ ਕਰਦੇ ਕਿ ਨਾਟ ਗਿਲਟੀ ਕਰਦੇ ਆ। ਹਾਂਜੀ, ਤਾਂ ਉਹਨਾਂ ਨੇ ਇਹ ਵੀ ਸਟ੍ਰੈਟਜੀ ਵਧੀਆ ਸੀ, ਕੁਝ ਨਹੀਂ ਕਿਹਾ, ਚੁੱਪ ਰਹੇ। ਤੇ ਹੁਣ ਜਦੋਂ ਚੁੱਪ ਰਹਿੰਦੇ ਆ ਉਸ ਵੇਲੇ ਜੱਜ ਤੁਹਾਡੀ ਨਾਟ ਗਿਲਟੀ ਪਲੀ ਆਪਣੇ ਆਪ ਹੀ ਲਿਖ ਲੈਂਦਾ ਉੱਤੇ ਫਾਈਲ ਤੇ, ਪਰ ਉਹ ਜਦੋਂ ਟ੍ਰਾਇਲ ਹੁਣ ਸ਼ੁਰੂ ਹੋਣਾ ਉਸ ਵੇਲੇ ਉਹਨਾਂ ਨੂੰ ਜ਼ਰੂਰ ਪੁੱਛਣਗੇ ਵੀ ਹੁਣ ਤੁਸੀਂ ਕਿੱਦਾਂ ਪਲੀਡ ਕਰਦੇ ਆ ਜੀ। ਤੇ ਹੁਣ ਉਹ 14 ਅਪ੍ਰੈਲ ਨੂੰ ਦੇਖਾਂਗੇ ਵੀ ਕੀ ਕਹਿੰਦੇ ਆ ਇਹ, ਤੇ ਉਹ ਕਾਰਵਾਈ ਜਿਹੜੀ ਹੋਣੀ ਸ਼ੁਰੂ ਆ। ਜਿੱਦਾਂ ਕੱਲ ਇਹਨਾਂ ਦਾ ਪ੍ਰੀ ਟ੍ਰਾਇਲ ਸੀ, ਉੱਥੇ ਸੀਗੀ ਜ਼ੂਮ ਮੀਟਿੰਗ ਹੀ ਸੀ ਉਹ। ਹਾਂਜੀ, ਪ੍ਰਿੰਸ ਜਾਰਜ ਦੀ ਕੋਰਟ ਨੇ ਕੀਤੀ ਆ ਉਹ, ਤੇ ਉਹ ਪਬਲਿਕ ਨੂੰ ਨਹੀਂ ਦਿਖਾਈ ਗਈ। ਤੇ ਵੈਸੇ ਜਿਹੜਾ 14 ਨੂੰ ਚੱਲਣਾ ਟ੍ਰਾਇਲ, ਐਕਚੁਅਲੀ ਉਹ ਤਾਂ ਫਿਰ ਪਬਲਿਕ ਵੀ ਉੱਥੇ ਇਨਵੋਲਵ ਹੋਣੀ ਹੈ। ਹਾਂਜੀ, ਰਿਪੋਰਟਰਸ ਵੀ ਬੈਠੇ ਹੋਣੇ ਆ ਬਿਲਕੁਲ, ਤੇ ਉਹਨਾਂ ਨੇ ਉਹ ਕਵਰ ਕਰਨੀ ਹੈ। ਹਾਂਜੀ, ਪਰ ਇੰਨੀ ਕਿ ਜ਼ਰੂਰ ਹੋ ਗਈ ਕਿ ਦੋਏ ਗੱਲਾਂ ਇਕੱਠੀਆਂ ਹੋਣ ਲੱਗ ਪਈਆਂ ਹੁਣ। ਹਾਂਜੀ, ਹੁਣ ਦੋਨਾਂ ਤੇ ਗੱਲਬਾਤ ਹੋ ਰਹੀ ਹੈ ਨਾ, ਨਹੀਂ ਤਾਂ ਇਨਸਟੈਡ ਟ੍ਰਾਇਲ ਦੀ ਗੱਲ ਹੋਣੀ ਸੀ, ਹੈ ਨਾ। ਤੇ ਹੁਣ ਫਿਰ ਉਹਨਾਂ ਨੇ ਹੀ, ਜਿਵੇਂ ਤੁਸੀਂ ਕੱਲ ਵੀ ਮੈਂਸ਼ਨ ਕੀਤਾ ਸੀਗਾ, ਵੀ ਧਿਆਨ ਡਾਇਵਰਟ ਕਰਨ ਦੇ ਲਈ ਲੋਕਾਂ ਦਾ, ਤਾਂ ਉਹਨਾਂ ਨੇ ਆਹ ਵਿੱਚ ਲੈ ਆਂਦਾ ਐਥਿਕਸ ਕਮਿਸ਼ਨਰ ਦਾ। ਬਟ ਕਹਿੰਦੇ ਹੁੰਦੇ ਆ ਵੀ ਜੇ ਤੁਸੀਂ ਸੋਚਦੇ ਆ ਕਿ ਅਸੀਂ ਆਹ ਗੱਲ ਕਰਨੀ ਹੈ, ਲੋਕਾਂ ਨੇ ਦੂਸਰੀ ਗੱਲ ਡਿਸਕਸ਼ਨ ਕਰਨੋਂ ਹਟ ਜਾਣਾ, ਪਰ ਹੋ ਸਕਦਾ ਲੋਕੀ ਦੋਹਾਂ ਗੱਲਾਂ ਨੂੰ ਇਕੱਠੀਆਂ ਕਰਕੇ ਜ਼ਿਆਦਾ ਗੁੱਸੇ 'ਚ ਹੋਣ। ਜੀ ਬਿਲਕੁਲ, ਜੀ ਹਾਂਜੀ। ਤੇ ਉਹ ਇਹਦੇ ਨਾਲ ਇਸ ਤਰ੍ਹਾਂ ਕਈ ਵਾਰ ਹੋ ਜਾਂਦੀ ਹੈ ਕਿ ਤੁਸੀਂ ਆਪਣੇ ਆਪ ਤਾਂ ਆਬਜੈਕਟਿਵ ਇਹ ਲਾਇਆ ਹੁੰਦਾ ਕਿ ਇਹ ਡਿਸਕਸ਼ਨ ਨਾ ਹੋਵੇ। ਹਾਂਜੀ, ਹੁਣ ਇਹ ਡਿਸਕਸ਼ਨ ਹੋ ਜਾਣੀ ਕਿ ਦੋ ਇਕੱਠੀਆਂ ਕਰੋ। ਹਾਂਜੀ, ਇੱਕ ਐਥਿਕਸ ਕਮਿਸ਼ਨਰ ਦੀ ਗੈਰ ਅਖਲਾਕੀ ਕਾਰਵਾਈਆਂ ਦੀ, ਤਾਂ ਦੂਸਰਾ ਹੈਗੀ ਆ ਕ੍ਰਿਮੀਨਲ ਇਨਵੈਸਟੀਗੇਸ਼ਨ ਜਿਹੜੀ ਕਿ 14 ਅਪ੍ਰੈਲ ਨੂੰ ਸ਼ੁਰੂ ਹੋਣੀ ਹੈ। ਜੀ,
ਉਹਦੇ ਵਿੱਚ ਕੀ ਹੋਣਾ, ਕਹਿੰਦੇ ਆ ਕਿ ਉਹ 5 ਦਿਨ ਦਾ ਟਰਾਇਲ ਚੱਲਣਾ ਹੈ। 5 ਦਿਨ ਤਾਂ ਲੋਕਾਂ ਨੂੰ ਪਤਾ ਲੱਗੂਗਾ ਕਿ ਦੇਖੋ ਕਿ ਐਵੇਂ ਇੱਕ ਛੋਟੀ ਜਿਹੀ ਗੱਲ ਨਹੀਂ ਕਿ ਚਲੋ ਬੱਚਾ ਜਿਹੜਾ 5-7 ਸਾਲ ਦਾ ਬਾਹਰੋਂ ਜਾ ਕੇ ਕਈ ਵਾਰੀ ਕਹਿੰਦਾ ਨਾ ਇਹਨੇ ਮੇਰੀ ਲੱਤ ਮਾਰੀ ਆ, ਹਾਂਜੀ, ਅੰਦਰ ਆ ਕੇ ਉਹ ਪੇਰੈਂਟਸ ਨੂੰ ਦੱਸੂਗਾ ਮੇਰੇ ਨੇ ਲੱਤ ਮਾਰੀ ਆ, ਮੇਰੇ ਕੋ ਸੁੰਨ ਮਾਰਿਆ ਹੈ। ਪਰ ਇੱਕ ਮੇਅਰ ਕਹੇ ਕਿ ਮੈਂ ਉੱਥੇ ਖੜਾ ਸੀ ਤਾਂ ਮੇਰੇ ਤੇ ਇਹਨਾਂ ਨੇ ਕਾਰ ਚਾੜ ਦਿੱਤੀ, ਪੈਰ ਮੇਰਾ ਤੱਕ, ਉਸ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਕਰੇ। ਪੁਲਿਸ ਇਨਵੈਸਟੀਗੇਸ਼ਨ ਕਰਕੇ ਕਹਿੰਦੀ ਕਿ ਮੇਅਰ ਨੇ ਕੋਲੋਂ ਹੀ ਗੱਲ ਬਣਾ ਲਈ ਹੈ। ਮਤਲਬ ਹੋਰ ਕੀ ਬਣਾਉਂਦੇ ਹੋਣਗੇ ਇਹ, ਜੇ ਇੰਨੀ ਕੁ ਗੱਲ ਹੀ ਹੈ ਸਿਰਫ ਕਿ ਇੱਕ ਬੰਦੇ ਤੇ ਇੱਕ ਕਿਸੇ ਇਨਸਾਨ ਨੂੰ ਕਹਿਣਾ ਕਿ ਇਹਨਾਂ ਨੇ ਜਾਣ ਬੁੱਝ ਕੇ ਮੇਰੇ ਪੈਰ ਤੇ ਕਾਰ ਚਾੜ ਦਿੱਤੀ ਤੇ ਉਹਨਾਂ ਨੇ ਚਾੜੀ ਹੈ ਹੀ ਨਹੀਂ, ਇਹਦੇ ਬਾਰੇ ਝੂਠ ਬੋਲਣਾ। ਹਾਂਜੀ, ਇਹ ਮਤਲਬ ਹੋਰ ਕੀ ਝੂਠ ਬੋਲਦੇ ਹੋਣਗੇ ਜੀ। ਇਹ ਤੋਂ ਇਹ ਅੰਦਾਜ਼ਾ ਲਾਉਂਦੇ ਨੇ ਲੋਕ ਕਿ ਜੇ ਸਾਡੇ ਤੋਂ ਸਿਰਫ ਤੇ ਸਿਰਫ ਮਾੜੀ ਜਿਹੀ ਗੱਲ ਤੇ ਤੁਸੀਂ ਝੂਠ ਬੋਲ ਰਹੇ ਆ ਤੇ ਬਾਕੀ ਦੀਆਂ ਗੱਲਾਂ ਤੁਸੀਂ ਕੀ ਕਰਦੇ ਹੋਵੋਗੇ। ਇਸ ਸ਼ਹਿਰ ਦੇ ਵਿੱਚ ਹੋ ਕੀ ਰਿਹਾ ਜੀ, ਇਹ ਵੱਡੀ ਗੱਲ ਹੈ। ਹਾਂਜੀ, ਕਿ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਜੇ ਸਾਡੀ ਕੌਂਸਲ ਸਾਡੇ ਹੁਣ ਰਾਤੀ 5 ਵੋਟਾਂ ਇਹਨਾਂ ਦੇ ਹੱਕ 'ਚ ਪਈਆਂ ਐਥਿਕਸ ਕਮਿਸ਼ਨਰ ਬੰਦ ਕਰਨ ਨੂੰ, 3 ਖਿਲਾਫ ਪਈਆਂ। ਹਾਂਜੀ, ਤੇ ਉਹ 5 ਇਹਨਾਂ ਦੀ 5 ਮੈਜੋਰਟੀ ਹੈ ਜੀ, ਮੈਜੋਰਟੀ ਹੈ, ਬਹੁਤ ਗਿਣਤੀ, ਜੋ ਮਰਜ਼ੀ ਕਰੀ ਜਾਣ ਉੱਥੇ। ਤੇ ਨਾਲ ਦੀ ਨਾਲ ਲੋਕਾਂ ਨੂੰ ਗੁੱਸਾ ਇਹ ਵੀ ਆ ਕਿ ਜਿਹੜੇ ਅਨਇਲੈਕਟਡ ਬੰਦੇ ਆ, ਜਿਨ੍ਹਾਂ ਨੂੰ ਚੁਣਿਆ ਨਹੀਂ ਲੋਕਾਂ ਨੇ, ਉਹ ਬੈਠ ਕੇ ਉੱਥੇ ਫੈਸਲਾ ਕਰਨ, ਔਰ ਜਿਹਦੇ ਵਿੱਚ ਖਾਸ ਤੌਰ ਤੇ ਆਫੀਸ਼ੀਅਲਸ ਉੱਥੇ ਸਿਟੀ ਆਫ ਸਰੀ ਦੇ, ਉਹ ਬੜੇ ਦੁਖੀ ਆ। ਉਹ ਅਗਲੇ ਸੋਚਦੇ ਆ ਕਿ ਅਸੀਂ ਕੰਮ ਕਰਦੇ ਆ, ਸਾਨੂੰ ਇਹ ਮੰਨਿਆ ਆ ਕਿ ਜਿਹੜੇ ਇਲੈਕਟਡ ਅਫੀਸ਼ੀਅਲਸ ਆ, ਜਿਨ੍ਹਾਂ ਨੂੰ ਚੁਣ ਕੇ ਲੋਕ ਭੇਜਦੇ ਆ, ਉਹ ਸਵਾਲ ਕਰਦੇ ਆ ਕਈ ਵਾਰੀ। ਹਾਂਜੀ, ਉਹਨਾਂ ਦੇ ਦਾਇਰੇ 'ਚ ਰਹਿ ਕੇ ਉਹ ਸਵਾਲ ਕਰਦੇ ਆ ਕਿ ਤੁਸੀਂ ਆਹ ਕੰਮ ਕਿਉਂ ਨਹੀਂ ਕੀਤਾ। ਇੱਕ ਬੰਦਾ ਜਿਹੜਾ ਇਲੈਕਟਡ ਨਾ ਹੋਵੇ ਤੇ ਉਹ ਉਹਨਾਂ ਨੂੰ ਬੌਸ ਪੁਣਾ ਕਰੇ। ਹੁਣ ਡੀਸੀ ਦੇ ਦਫ਼ਤਰ 'ਚ ਜਾ ਕੇ ਤੁਸੀਂ ਝੜਕੀ ਮਾਰਨ ਲੱਗੇ ਹੋ ਕਿਉਂਕਿ ਤੁਸੀਂ ਐਮਐਲਏ ਨੂੰ ਪੈਸੇ ਦਿੱਤੇ ਸੀ। ਇਹ ਤਾਂ ਗੈਰ ਅਖਲਾਕੀ ਗੱਲ ਹੈ ਨਾ। ਵੈਸੇ ਵੀ ਡਾਕਟਰ ਸਾਹਿਬ ਤੁਸੀਂ ਆਪੇ ਦੇਖੋ ਵੀ ਐਥਿਕਸ ਕਮਿਸ਼ਨਰ ਦੇ ਹੁੰਦਿਆਂ ਵੀ ਆ ਸਾਰਾ ਕੁਝ ਉੱਥੇ ਹੋ ਰਿਹਾ ਸੀ ਵੀ ਜਿਹੜਾ ਬੰਦਾ ਇਲੈਕਟਡ ਅਫੀਸ਼ੀਅਲ ਵੀ ਹੈ ਨਹੀਂ, ਉੱਥੇ ਬੈਠ ਕੇ ਆਪਣਾ ਹੁਕਮ ਇੱਕ ਤਰ੍ਹਾਂ ਨਾਲ ਆਪਾਂ ਕਹਿ ਲਓ ਵੀ ਉਹ ਚਲਾ ਰਿਹਾ ਵੀ ਇਹ ਕੰਮ, ਇਹਨੂੰ ਪ੍ਰੋਜੈਕਟ ਮਿਲਣਾ ਜਾਂ ਇਹਨੂੰ ਨਹੀਂ ਮਿਲਣਾ। ਹੁਣ ਜਦੋਂ ਐਥਿਕਸ ਕਮਿਸ਼ਨਰ ਹੈ ਹੀ ਨਹੀਂ, ਹੁਣ ਉੱਥੇ ਕੀ ਹੋਊਗਾ ਫਿਰ? ਹੁਣ ਲੁੱਟ ਮਚੂਗੀ 6 ਮਹੀਨੇ ਅਗਲੇ। ਜਿਹੜੇ ਡਿਵੈਲਪਰਸ ਨੂੰ ਪਤਾ ਸੀ ਕਿ ਸਾਡੇ ਪ੍ਰੋਜੈਕਟ ਰੋਕੇ ਜਾ ਰਹੇ, 2 ਗੱਲਾਂ ਕਰਦੇ ਸੀ ਡਿਵੈਲਪਰਸ ਇੱਥੇ, ਸਿਟੀ ਆਫ ਸਰੀ ਦੇ ਵਿੱਚ ਬਾਕੀ ਸਿਟੀਜ਼ ਵਾਂਗੂ। ਹੁਣ ਤਾਂ ਇੱਕ ਪਾਸੇ ਤਾਂ ਲੋਕੀ ਰੌਲਾ ਪਾ ਰਹੇ ਕਿ ਸਪਲਾਈ ਕਮ ਹੋ ਰਹੀ ਹੈ। BC ਦੀ ਸਰਕਾਰ ਨੇ ਵੀ ਇਹ ਮੰਨਿਆ ਕਿ ਸਪਲਾਈ ਜਿਹੜੀ ਆ ਹਾਊਸਿੰਗ ਦੀ ਉਹ ਸਾਡੇ ਘੱਟ ਆ। ਹਾਂਜੀ, ਤਾਂ ਹੀ ਡਿਮਾਂਡ ਜ਼ਿਆਦਾ ਆ, ਸਪਲਾਈ ਘੱਟ ਆ, ਇਸੇ ਕਰਕੇ ਕੀਮਤਾਂ ਵੱਧ ਰਹੀਆਂ। ਹੁਣ ਜੇ ਤੁਸੀਂ ਐਪਲੀਕੇਸ਼ਨ ਕਰਦੇ ਆ ਤਾਂ ਇੰਨਾ ਲੰਬਾ ਸਮਾਂ ਲੱਗਦਾ ਉਹਦੀ ਪਰਮਿਟ ਲੈਣ ਨੂੰ, ਤੇ ਜਿਨ੍ਹਾਂ ਬੰਦਿਆਂ ਦੇ ਉੱਥੇ ਮੇਅਰ ਦੇ ਨਾਲ, ਕੌਂਸਲ ਦੇ ਨਾਲ, ਮੈਜੋਰਟੀ ਦੇ ਨਾਲ ਉਹਨਾਂ ਦਾ ਗੱਲਬਾਤ ਹੈ, ਉਹਨਾਂ ਦੇ ਪਹੀਏ ਲੱਗੇ ਹੋਏ। ਜਿੱਦਾਂ ਬਿੱਟਾ ਸਾਹਿਬ ਕਹਿੰਦੇ ਸੀ ਕਿ ਨਹੀਂ, ਉਹ ਦੂਸਰੀ ਫਾਈਲ ਨੂੰ ਪਹੀਏ ਲੱਗ ਜਾਂਦੇ। ਹਾਂਜੀ ਹਾਂਜੀ, ਤੇ ਇਹ ਪਹੀਏ ਲੱਗੇ, ਜਿਹੜੀ ਪਹੀਏ ਲੱਗੇ ਵਾਲੀ ਸ਼ਰੀ ਪਹੁੰਚ ਜਾਂਦੀ ਹੈ ਜੀ, ਦੂਸਰਿਆਂ ਦੇ ਸਟੀਅਰਿੰਗ ਵੀ ਲਾ ਕੇ ਸੁੱਟ ਦਿੰਦੇ ਆ। ਹਾਂਜੀ, ਸੋ ਇਹ ਉਸ ਮੁਲਕ ਦੇ ਵਿੱਚ ਜਿੱਥੇ ਰੂਲ ਆਫ ਲਾਅ ਅਸੀਂ ਮੰਨਦੇ ਹਾਂ ਕਿ ਡੈਮੋਕ੍ਰੇਸੀ ਜੇ ਸਾਡੇ ਵਿੱਚ ਆ, ਰੂਲ ਆਫ ਲਾਅ ਦਾ ਕਰਕੇ ਆ। ਡਾਕਟਰ ਸਾਹਿਬ ਵੈਸੇ ਵੀ ਹੁਣ ਤੁਸੀਂ ਆਪ ਦੇਖੋ, ਜੇ ਸਾਰਾ ਕੁਝ ਇਦਾਂ ਚੱਲੂਗਾ ਤਾਂ ਲੋਕ ਵੋਟ ਪਾਉਣ ਕਿਉਂ ਜਾਣਗੇ? ਆਪਾਂ ਜਦੋਂ ਵੋਟਾਂ ਦਾ ਦਿਨ ਹੁੰਦਾ ਜਾਂ ਉਸ ਤੋਂ ਪਹਿਲਾਂ ਆਪਾਂ ਵੀ ਲੋਕਾਂ ਨੂੰ ਕਹਿੰਦੇ ਆ ਕਿ ਤੁਹਾਨੂੰ ਨਾ ਆਪਣਾ ਰਾਈਟ ਦੀ ਵਰਤੋਂ ਕਰਨੀ ਚਾਹੀਦੀ ਹੈ, ਵੋਟ ਜ਼ਰੂਰ ਪਾਉਣੀ ਚਾਹੀਦੀ ਆ। ਪਰ ਹੁਣ ਜਦੋਂ ਇਹੋ ਜਿਹਾ ਕੁਝ ਹੁੰਦਾ ਉਹ ਦੇਖਦੇ ਆ ਨਾ, ਉਹਨਾਂ ਦੇ ਮਨ ਦੇ ਵਿੱਚ ਨਿਰਾਸ਼ਾ ਆ ਜਾਂਦੀ ਆ, ਫਿਰ ਉਹਨਾਂ ਦਾ ਯਕੀਨ ਟੁੱਟ ਜਾਂਦਾ। ਉਹਨਾਂ ਨੂੰ ਲੱਗਦਾ ਕਿ ਅਸੀਂ ਵੋਟ ਤਾਂ ਜ਼ਰੂਰ ਪਾ ਦਾਂਗੇ, ਇਲੈਕਟਡ ਅਫੀਸ਼ੀਅਲਸ ਤੋਂ ਇਲਾਵਾ ਕੋਈ ਹੋਰ ਬੰਦਾ ਬੈਠ ਕੇ ਉੱਥੇ ਸਾਰਾ ਕੁਝ ਕਰ ਰਿਹਾ। ਤੁਸੀਂ ਆਪੇ ਸੋਚੋ ਕਿ ਉਹਨਾਂ ਦਾ ਯਕੀਨ ਕਿਵੇਂ ਬਣੂਗਾ? ਇਸੇ ਕਰਕੇ ਹੈ, ਤੁਸੀਂ ਦੇਖੋ ਕਿ 65% 66% ਲੋਕੀ ਸਿਟੀ ਸਰੀ ਦੇ, ਸਾਰੀਆਂ ਸਿਟੀਜ਼ ਦੇ ਵੈਸੇ 65-66% ਬਹੁਤ ਹੁੰਦੇ ਆ। ਹਾਂਜੀ, ਜਿਹੜੇ ਵੋਟ ਹੀ ਨਹੀਂ ਪਾਉਣ ਜਾਂਦੇ। ਉਹਦਾ ਰੀਜ਼ਨ ਤਾਂ ਆਹੀ ਹੈ ਨਾ, ਫਿਰ ਲੋਕੀ ਦੁਖੀ ਹੋਏ ਪਏ ਆ। ਉਹਨਾਂ ਨੇ ਸੋਚਿਆ, ਇਹ ਸੋਚ ਲਿਆ ਕਿ ਜੇ ਸਿਟੀ ਦੀਆਂ ਇਲੈਕਸ਼ਨ ਹੁੰਦੀਆਂ ਤੇ
ਤੇ ਇੱਥੇ ਬੜੇ ਬੜੇ ਡਿਵੈਲਪਰਸ ਜਿਹੜੇ ਆ ਉਹੀ ਫੈਸਲਾ ਕਰਦੇ ਆ ਕਿ ਕਿਹਨੇ ਕੌਂਸਲਰ ਬਣਨਾ, ਕਿਹਨੇ ਮੇਅਰ ਬਣਨਾ ਹੈ। ਹਾਂ, ਇੱਕਦਮ ਅਵੇਅਰਨੈਸ ਜੀ ਆ ਜਾਵੇ, ਲੋਕੀ ਜ਼ਿਆਦਾ ਵੋਟ ਪਾਉਣ ਲੱਗ ਪੈਣ, ਇਹ ਕੋਈ ਵੀ ਧਿਰ ਨਹੀਂ ਚਾਹੁੰਦੀ। ਜਿੰਨੇ ਵੀ ਬੰਦੇ ਖੜਨਗੇ ਤੁਸੀਂ ਦੇਖਿਓ ਇਲੈਕਸ਼ਨ ਦੇ ਵਿੱਚ, ਉਹਨਾਂ ਦੇ ਮਨ ਦੇ ਵਿੱਚ ਅਰਦਾਸਾਂ ਕਰਦੇ ਹੁੰਦੇ ਆ ਕਿ 33% ਤੋਂ ਵੀ ਥੱਲੇ ਹੋਵੇ ਤਾਂ ਚੰਗੀ ਗੱਲ ਹੈ, ਕਿਉਂਕਿ ਜ਼ਿਆਦਾ ਆ ਗਿਆ ਤਾਂ ਪਤਾ ਕੋਈ ਨਹੀਂ। ਲੋਕੀ ਜ਼ਿਆਦਾ ਇਕੱਠੇ ਹੋ ਕੇ ਕੋਈ 80% 90% ਵੋਟ ਪਾਉਣ, ਉਹਦੇ ਵਿੱਚ ਕਿਹਨੇ ਜਿੱਤਣਾ ਕਿਹਨੇ ਨਹੀਂ ਜਿੱਤਣਾ ਉਹ ਕਿਆਸਰਾਈ ਲਾ ਸਕਦੇ ਹਾਂ ਅਸੀਂ। ਪਰ ਜੇ ਤੁਸੀਂ ਪੋਲੀਟੀਸ਼ੀਅਨ ਜਿਹੜਾ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਬਣ ਚੁੱਕਾ ਹੈ, ਅਸੀਂ ਹੁਣ ਗੱਲ ਕਰਦੇ ਨਾ ਪ੍ਰੋਫੈਸ਼ਨਲ ਇੰਜੀਨੀਅਰ ਆ, ਕੋਈ ਪ੍ਰੋਫੈਸ਼ਨਲ ਲਾਇਰ ਆ, ਹਾਂਜੀ, ਇੱਕ ਬੰਦੇ ਹੈਗੇ ਜਿਹੜੇ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਹੈ ਜਿਨ੍ਹਾਂ ਦੀ ਯੋਗਤਾ ਇੰਨੀ ਕਿਹਾ ਵੀ ਉਹਨਾਂ ਨੂੰ ਕਲਰਕ ਦੀ ਜੌਬ ਨਾ ਮਿਲੇ ਪ੍ਰੋਵਿੰਸ਼ੀਅਲ ਸਰਕਾਰ ਦੇ ਵਿੱਚ, ਤੇ ਉਹ ਮੰਤਰੀ ਬਣ ਕੇ ਬੈਠੇ ਹੋਣ। ਉਹਨਾਂ ਨੇ ਤਾਂ ਹਰ ਇੱਕ ਕੰਡਾ ਕੋਈ ਨਾ ਕੋਈ ਲੱਭਣਾ ਦਾ ਪੇਜ ਕਿ ਜਿਹਦੇ ਨਾਲ ਲੋਕਾਂ ਦੀ ਦਿਲਚਸਪੀ ਜਿਹੜੀ ਵੋਟਿੰਗ ਦੇ ਵਿੱਚ ਘਟੇ ਤਾਂ ਕਿ ਉਹ ਜਿੱਤਦੇ ਰਹਿਣ ਜੀ, ਕਿਉਂਕਿ ਓਨੇ ਕੁ ਬੰਦੇ ਤਾਂ ਉਹਨਾਂ ਦੇ ਕੋਲ ਹੈਗੇ ਆ। ਇਹ ਲੋਕਾਂ ਦਾ ਵੀ ਵੈਸੇ ਇਹਨਾਂ ਦਾ ਫਰਜ਼ ਬਣਦਾ, ਜਿਹੜੇ ਲੋਕੀ ਬੈਠੇ ਉਹਨਾਂ ਨੂੰ ਵੋਟ ਪਾ ਰਹੇ ਆ ਉਹ ਵੀ ਕੁਛ ਨਾ ਕੁਛ ਤਾਂ ਉਹਨਾਂ ਨੂੰ ਮਿਲਦਾ ਹੈ ਨਾ। ਆ ਹੁਣੇ ਆ BC ਦੇ ਵਿੱਚ ਇਸ ਇਲਾਕੇ ਦੇ ਵਿੱਚ 3 ਲੱਖ ਦੀਆਂ ਗ੍ਰਾਂਟਸ ਦਿੱਤੀਆਂ ਇਹਨਾਂ ਨੇ, ਐਂਟੀ ਰੇਸਿਜ਼ਮ ਦੀਆਂ 60 ਆਰਗੇਨਾਈਜੇਸ਼ਨ, ਹਾਂਜੀ, 5-5 ਹਜ਼ਾਰ ਦੀ ਗ੍ਰਾਂਟ ਦਿੱਤੀ ਹੈ। ਹਾਂਜੀ, ਇਹ ਸਿੱਧਾ ਹੀ ਮਤਲਬ ਆਰਗੇਨਾਈਜੇਸ਼ਨ ਨੂੰ ਖਰੀਦਣ ਦਾ ਤਰੀਕਾ ਹੈ ਜੀ। ਕਿੰਨਾ ਕੁ ਐਂਟੀ ਰੇਸਿਜ਼ਮ ਦੇ ਖਿਲਾਫ ਲੜਦੇ ਆ ਇਹ ਲੋਕਾਂ ਨੂੰ ਦੱਸਣ ਤਾਂ ਸਹੀ, ਉਹਨਾਂ ਨੇ ਕੀਤਾ ਕੀ ਆ ਉਹ ਵੀ ਤਾਂ ਦੱਸਣ ਨਾ। ਗ੍ਰਾਂਟ ਤਾਂ ਲੈ ਲਈ ਚੁੱਪਚਾਪ। ਭੰਗੜਾ ਪਾਉਣ ਵਾਲਿਆਂ ਨੂੰ 5000 ਦਿੱਤਾ ਹੈ, ਉਹਨਾਂ ਨੇ ਐਂਟੀ ਰੇਸਿਜ਼ਮ ਲਈ ਲੜਾਈ ਕੀਤੀ ਹੈ। ਕਿੱਦਾਂ ਕੀਤੀ ਹੈ? ਉਹ ਕਿਹੜੇ ਮੂਵ ਆ ਭੰਗੜੇ ਦੇ ਜਿਹੜੇ ਐਂਟੀ ਰੇਸਿਸਟ? ਇਹ ਲੋਕਾਂ ਨੂੰ ਬੇਵਕੂਫ ਸਮਝਣਾ। ਹਾਂ ਠੀਕ ਹੈ, ਉਹ ਉਹਨਾਂ ਨੇ ਆਰਗੇਨਾਈਜੇਸ਼ਨ ਬਣਾਈ ਆ, ਉਹਨਾਂ ਨੇ ਐਪਲੀਕੇਸ਼ਨ ਕੀਤੀਆਂ, ਉਹਨਾਂ ਦੀ ਫੇਵਰ ਕਰਦੇ ਆ। ਕੱਲ ਨੂੰ ਕੋਈ ਹੋਰ ਸਰਕਾਰ ਬਣ ਜਾਣੀ ਆ, ਉਹਨਾਂ ਨੇ ਆਪਣੀਆਂ ਆਰਗੇਨਾਈਜੇਸ਼ਨ ਦੀ ਫੇਅਰ ਕਰਨੀ ਹੈ, ਉਹਨਾਂ ਦੇ ਬੰਦੇ ਹੋਣੇ ਆ ਕੋਈ। ਸੋ ਇਹਨਾਂ ਗੱਲਾਂ ਤੋਂ ਦੁਖੀ ਹੋ ਕੇ ਜਿਹੜੇ ਆਮ ਲੋਕੀ ਦੇਖਦੇ ਆ ਫੇਅਰਨੈਸ ਨਾ, ਉਹ ਦੇਖਦੇ ਕਿ ਹੋ ਕੀ ਰਿਹਾ ਇੱਥੇ, ਉਹ ਫਿਰ ਹਟ ਜਾਂਦੇ ਵੋਟ ਪਾਉਣੋਂ। ਹਾਲਾਂਕਿ ਇਹਦਾ ਸੋਲੂਸ਼ਨ ਇਹ ਨਹੀਂ ਹੈ ਕਿ ਇਹਨਾਂ ਦੇ ਤੁਸੀਂ ਜਿਹੜੇ ਚੰਗੇ ਬੰਦੇ ਆ ਇੱਕ ਪਾਸੇ ਹੋ ਕੇ ਬਹਿ ਜਾਓ। ਸੋਲੂਸ਼ਨ ਤਾਂ ਹੈਗਾ ਕਿ ਤੁਸੀਂ ਆਓ, ਵੋਟ ਪਾਓ, ਤੁਸੀਂ ਤਬਦੀਲੀ ਕਰੋ। ਪਰ ਸੌਖਾ ਸੋਲੂਸ਼ਨ ਲੋਕਾਂ ਲਈ ਇਹ ਹੁੰਦਾ ਹੈ ਕਿ ਉਹ ਦੇਖਦੇ ਆ ਕਿ ਠੀਕ ਹੈ ਸਭ ਕੁਝ ਗੰਦ ਹੋ ਰਿਹਾ ਆਲੇ ਦੁਆਲੇ, ਜਿਹੜੇ ਬੰਦੇ ਇਹਨੂੰ ਜੇਲ੍ਹ 'ਚ ਬੈਠਣਾ ਚਾਹੀਦਾ ਉਹ ਮੈਂਬਰ ਆਫ ਪਾਰਲੀਮੈਂਟ ਬਣ ਕੇ ਬੈਠੇ ਆ, ਜਿਨ੍ਹਾਂ ਨੂੰ ਕਲਰਕ ਦੀ ਜੌਬ ਨਹੀਂ ਮਿਲਣੀ ਉਹਨੂੰ ਮਿਨਿਸਟਰ ਬਣ ਕੇ ਬੈਠੇ ਆ, ਜਿਨ੍ਹਾਂ ਦੀ ਕੋਈ ਯੋਗਤਾ ਨਹੀਂ ਉਹ ਇਲੈਕਟਡ ਆ। ਫਿਰ ਉਹ ਜਾ ਕੇ ਨਾਰਾਜ਼ ਹੋ ਕੇ ਇੱਕ ਪਾਸੇ ਬੈਠੇ। ਔਰ ਜਿਹੜੇ ਇਲੈਕਟਡ ਅਫੀਸ਼ੀਅਲਸ ਆ, ਜਿਹੜੇ ਪ੍ਰੋਫੈਸ਼ਨਲ ਬਣ ਚੁੱਕੇ, ਉਹਨਾਂ ਦੇ ਹਿੱਤ ਦੇ ਵਿੱਚ ਬਣ ਜਾਂਦਾ ਕਿ ਜਿਹੜੇ ਚੁੱਪ ਕਰਕੇ ਬੈਠੇ ਆ ਉਹਨਾਂ ਨੂੰ ਜਗਾਓ ਨਾ। ਇੰਨਾ ਗੰਦ ਪਾਓ ਪੋਲਿਟਿਕਸ ਦੇ ਵਿੱਚ, ਚਾਹੇ ਉਹ ਸਿਟੀ ਹੋਵੇ, ਚਾਹੇ ਉਹ ਪ੍ਰੋਵਿੰਸ਼ੀਅਲ ਸਰਕਾਰ ਹੋਵੇ, ਚਾਹੇ ਉਹ ਫੈਡਰਲ ਸਰਕਾਰ ਹੋਵੇ, ਇੰਨੇ ਗੰਦੇ ਬੰਦੇ ਆਉਣ ਕਿ ਚੰਗਾ ਬੰਦਾ ਕੋਈ ਆਵੇ ਹੀ ਨਾ। ਸਾਡੇ ਇੱਥੇ ਸਾਡੀ ਮੋਨੋਪੋਲੀ ਬਣਨੀ ਚਾਹੀਦੀ ਹੈ। ਹੁਣ ਸਿਟੀ ਆਫ ਸਰੀ ਦੇ ਵਿੱਚ ਜੋ ਕੁਝ ਹੋ ਰਿਹਾ, ਤੁਸੀਂ ਜੇ ਕਿਤੇ ਮਲੇਰਕੋਟਲੇ ਇਦਾਂ ਦੀ ਗੱਲ ਹੋਵੇ ਤਾਂ ਉੱਥੇ ਰੌਲਾ ਪਵੇ। ਹਾਂਜੀ, ਉੱਥੇ ਜਿਹੜੀ ਉਹਦੇ ਬਾਰੇ ਚ ਬਹੁਤ ਜ਼ਿਆਦਾ ਗੱਲਬਾਤ ਹੋਵੇ, ਉਹਦੇ ਬਾਰੇ ਵਿੱਚ ਤਾਂ ਟਾਕ ਸ਼ੋਜ਼ ਹੋਣ, ਡਿਸਕਸ਼ਨਸ ਹੋਣ ਕਿ ਇਹ ਤਾਂ ਇੰਨੀ ਵੱਡੀ ਗੱਲ ਹੋ ਰਹੀ ਹੈ ਜੀ, ਦੇਖੋ ਇਹਦੇ ਤੇ ਆਵਾਜ਼ ਉਠਾਉਣੀ ਚਾਹੀਦੀ ਹੈ, ਬੋਲਣਾ ਚਾਹੀਦਾ। ਅਸੀਂ ਇੱਥੇ ਬੈਠੇ ਵੀ ਲੋਕੀ ਜਿੱਦਾਂ ਪੰਜਾਬ ਦੀ ਅਸੈਂਬਲੀ ਦੀਆਂ ਇਲੈਕਸ਼ਨ ਹੋ ਰਹੀਆਂ ਸੀ, ਹਾਂਜੀ, ਉੱਥੇ ਕੀ ਗਲਤੀ ਕਰਦੇ ਆ, ਉੱਥੇ ਜੀ ਪੋਲੀਟੀਸ਼ੀਅਨ ਕੀ ਕਰਦੇ ਆ, ਉੱਥੇ ਲੋਕਾਂ ਨੇ ਕੀ ਕੀਤਾ, ਉੱਥੇ ਅਫਸਰਾਂ ਨੇ ਕੀ ਕੀਤਾ, ਉਹ ਸਭ ਕੁਝ ਪਤਾ ਹੈ। ਹਾਂਜੀ, ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਇੱਥੇ ਬਾਰੇ ਕਿਉਂ ਅੱਖਾਂ ਮੀਟ ਕੇ ਬੈਠੇ ਆ। ਇੱਥੇ ਮੈਂ ਇੱਕ ਵਾਰੀ ਗੱਲ ਕੀਤੀ ਸੀ ਕਿ ਸਿਟੀ ਆਫ ਸਰੀ ਨੇ ਇੱਕ ਦਿਨ ਸਨੋ ਪਈ ਤਾਂ ਇਹਨਾਂ ਨੇ ਸਾਫ਼ ਨਹੀਂ ਕੀਤਾ। ਹਾਂਜੀ, ਜਿਹੜਾ ਕਿ ਇਹਨਾਂ ਦਾ ਟੈਕਸ ਇਕੱਠੇ ਕਰਦੇ ਆ ਤੇ ਇੰਨੀਆਂ ਤਾਂ ਸਰਵਿਸ ਦੇਣੀਆਂ ਹੀ ਚਾਹੀਦੀਆਂ। ਹਾਂਜੀ, ਅੱਛਾ, ਉਹਦੇ ਤੇ ਇੱਕ ਬੰਦਾ ਵੀ ਕੋਈ ਬੋਲਣ ਲਈ ਤਿਆਰ ਨਹੀਂ ਸੀ, ਕਿਉਂਕਿ ਡਰ ਸੀ ਕਿ ਅਸੀਂ ਜੇ ਬੋਲੇ ਤਾਂ ਸਾਡੀ ਬੇਸਮੈਂਟ ਤੇ ਨਾ ਕੋਈ ਭੇਜ ਦੇਣ, ਇਹ ਇਲੀਗਲ ਹੈ।
ਚੋਰ ਦੀ ਦਾੜੀ 'ਚ ਤਿਨਕਾ। ਉਹ ਮਤਲਬ ਲੋਕ ਵੀ ਜਿਹੜੇ ਵੋਟਰਸ ਵੀ ਆ ਉਹਨਾਂ ਨੂੰ ਭਾਵੇਂ ਥੋੜਾ ਜਿਹਾ ਦਿੱਤਾ ਹੋਵੇ ਜਾਂ ਕਿਸੇ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਬੇਸਮੈਂਟ ਹੀ ਬਣਾਈ ਹੋਵੇ, ਉਹ ਛੋਟੀ ਜਿਹੀ ਗੱਲ ਨੂੰ ਆਪਣੇ ਕਾਇਮ ਰੱਖਣ ਲਈ ਚੁੱਪ ਕਰਕੇ ਬਹਿ ਜਾਂਦੇ ਆ। ਹੁਣ ਇੱਕ ਪਾਸੇ ਇੱਕ ਬੰਦਾ ਜਾਂ 10 ਬੰਦੇ ਜਾਂ 20 ਬੰਦੇ ਜਿਹੜੇ ਕਿ ਲੱਖਾਂ ਡਾਲਰ ਬਣਾਉਂਦੇ ਹੋਣੇ ਆ, ਉਹਨਾਂ ਦੇ ਤਾਂ ਹਿੱਤ ਦੇ ਵਿੱਚ ਆ ਕਿ ਇਹ ਕੌਂਸਲ ਰਵੇ, ਇਹ ਮੇਅਰ ਰਵੇ ਤੇ ਐਥਿਕਸ ਕਮਿਸ਼ਨਰ ਨਾ ਹੋਣ। ਉਹ ਤਾਂ ਇਹ ਵੀ ਯਕੀਨ ਕਰਦੇ ਹੋਣੇ ਕਿ ਜੇ ਕੋਰਟ ਨਾ ਹੁੰਦੀ ਤਾਂ ਮੇਅਰ ਤੇ ਮੁਕੱਦਮਾ ਹੀ ਨਹੀਂ ਚੱਲਣਾ ਜੀ। ਅੱਖਾਂ ਮੀਟ ਕੇ ਜਦੋਂ ਬਹਿ ਜਾਂਦੀ ਨਹੀਂ ਕੋਈ ਕਬੂਤਰ ਬਹਿ ਜਾਂਦਾ ਅੱਖਾਂ ਮੀਟ ਕੇ ਕਿ ਬਿੱਲੀ ਇਦਾਂ ਫਿਰ ਚੱਲ ਜਾਣੀ ਹੈ, ਬਿੱਲੀ ਨੇ ਤਾਂ ਜਾਣਾ ਨਹੀਂ। ਹਾਂਜੀ। ਹੁਣ ਕੁਦਰਤੀ ਚੰਗੀ ਗੱਲ ਇਹ ਹੈ ਵੀ ਸਾਡੇ ਸੰਸਥਾ ਆ ਜਿਹੜੀ ਕੋਰਟ ਹੈ, ਜਿੱਥੇ ਕਿ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ, ਕਰਾਊਨ ਨੇ ਡਿਸਾਈਡ ਕੀਤਾ ਕਿ ਇਹਨਾਂ ਦੀ ਇਨਵੈਸਟੀਗੇਸ਼ਨ ਠੀਕ ਹੈ, ਉਹਦੇ ਆਧਾਰ ਤੇ ਉਹਨਾਂ ਨੇ ਕੇਸ ਕਰਤਾ ਮੇਅਰ ਤੇ। ਪਰ ਇਹਨਾਂ ਦੇ ਮਨ ਦੇ ਵਿੱਚ ਤਾਂ ਇਹੀ ਹੋਣਾ ਕਿ ਚੰਗੀ ਗੱਲ ਤਾਂ ਇਹ ਆ ਸੰਸਥਾ ਲਈ, ਪਹਿਲੀ ਤਾਂ ਗੱਲ ਕਹਿੰਦੇ ਹੁੰਦੇ ਜਿੱਦਾਂ ਗੱਡੀ ਦਾ ਅਖੀਰਲਾ ਡੱਬਾ ਹੀ ਨਾ ਹੋਵੇ, ਜੇ ਹੋਵੇ ਤਾਂ ਹੋਵੇ ਗੱਭੇ ਹੋਵੇ। ਹਾਂਜੀ। ਉਹ ਉਸ ਤਰ੍ਹਾਂ ਦੇ ਸੁਪਨੇ ਲੈਣੇ ਕਿ ਕੋਰਟਸ ਨਾ ਹੀ ਹੋਣ ਤਾਂ ਚੰਗੀ ਗੱਲ ਹੈ, ਐਥਿਕਸ ਕਮਿਸ਼ਨਰ ਨਾ ਹੀ ਹੋਵੇ ਤਾਂ ਚੰਗੀ ਗੱਲ ਹੈ, ਕਿਉਂਕਿ ਤੁਸੀਂ ਕੰਪਲੇਂਟ ਵੀ ਤਾਂ ਹੀ ਕਰੋਗੇ ਜੇ ਐਥਿਕਸ ਕਮਿਸ਼ਨਰ ਹੈ। ਹਾਂਜੀ। ਉਹਦੇ ਲਈ ਹਿੰਮਤ ਦੀ ਲੋੜ ਹੁੰਦੀ ਹੈ। ਬਹੁਤ ਬੰਦੇ ਆ ਜਿਹੜੇ ਡਿਵੈਲਪਰਸ ਜਿਹੜੇ ਗੱਲਾਂ ਕਰਦੇ ਆ ਕਿ ਸਾਡੇ ਨਾਲ ਆਹ ਧੱਕਾ ਹੋ ਰਿਹਾ, ਸਾਡੇ ਨਾਲ ਉਹ ਹੋ ਰਿਹਾ, ਜੇ ਉਹਨਾਂ ਨੂੰ ਕਹਿ ਦਿਓ ਕਿ ਤੁਸੀਂ ਐਥਿਕਸ ਕਮਿਸ਼ਨਰ ਦੇ ਕੋਲ ਚਲੇ ਜਾਓ ਤੇ ਕੋਈ ਕਿਸੇ ਦੀ ਹਿੰਮਤ ਨਹੀਂ ਪੈਂਦੀ, ਕਿਸੇ ਦੇ ਕੋਲ ਇੰਨੀ ਬੈਕਬੋਨ ਹੈ ਨਹੀਂ। ਜਿੱਦਾਂ ਆਪਣੇ ਕਹਿੰਦੇ ਨੇ ਰੀੜ ਦੀ ਹੱਡੀ ਜਿਹੜੀ ਹੈ ਇਹ ਬੜੀ ਇੰਪੋਰਟੈਂਟ ਚੀਜ਼ ਹੈ। ਵੈਸੇ ਜਦੋਂ ਸੌਰੀ ਟੂ ਇੰਟਰਪਟ, ਕਿਉਂਕਿ ਜਦੋਂ ਉਹ ਆਹ ਚੀਜ਼ਾਂ ਚੋਂ ਲੰਘਦੇ ਆ, ਉਹਨਾਂ ਦੇ ਪ੍ਰੋਜੈਕਟ ਨਹੀਂ ਅਪਰੂਵ ਹੁੰਦੇ, ਵੈਸੇ ਉਹ ਗੱਲਬਾਤ ਕਰਦੇ ਇੰਨੇ ਦੁਖੀ ਹੁੰਦੇ ਆ, ਪਰ ਫਿਰ ਵੀ ਤੁਸੀਂ ਇਹ ਦੇਖ ਲਓ ਵੀ ਬੰਦਾ ਇੰਨਾ ਦੁਖੀ ਹੋਣ ਦੇ ਬਾਵਜੂਦ ਵੀ ਕੰਪਲੇਂਟ ਕਰਨ ਦੀ ਹਿੰਮਤ ਨਹੀਂ ਕਰ ਪਾਉਂਦਾ। ਉਹ ਇਸ ਕਰਕੇ ਨਹੀਂ ਕਰਦੇ ਕਿ ਚਲੋ 4 ਸਾਲ ਚੁੱਪ ਕਰਕੇ ਬਹਿ ਜਾਂਦੇ ਆ, ਸ਼ਾਇਦ ਅਗਲੀ ਵਾਰ ਨੂੰ ਕੋਈ ਹੋਰ ਮੇਅਰ ਬਣ ਜਾਵੇ। ਪੇਸ਼ੈਂਸ ਦੇਖੋ, ਪੇਸ਼ੈਂਸ ਇਹ ਦੇਖਦੇ ਆ ਕਿ ਲੌਂਗ ਟਰਮ ਦੇਖਦੇ ਨਾ, ਇਹ ਪਤਾ ਹੀ ਨਹੀਂ ਵੀ 4 ਸਾਲਾਂ 'ਚ ਹਾਰਟ ਅਟੈਕ ਹੋ ਜਾਣਾ, ਮਰ ਜਾਣਾ ਮੈਂ। ਇਹ ਕਦੇ ਕੈਲਕੂਲੇਟ ਨਹੀਂ ਕਰਕੇ ਦੇਖਿਆ ਕਿਸੇ ਨੇ। ਤੁਸੀਂ ਦੇਖੋ ਕਿ 2 ਤਰ੍ਹਾਂ ਦੇ ਜਾਨਵਰ ਹੁੰਦੇ ਆ, ਇੱਕ ਤਾਂ ਰੀੜ ਦੀ ਹੱਡੀ ਜਿਨ੍ਹਾਂ ਦੀ ਹੁੰਦੀ, ਹਾਂਜੀ, ਰੀੜ ਦੀ ਹੱਡੀ ਵਾਲੇ ਜਿਹੜੇ ਉੜਦੇ ਫਿਰਦੇ ਆ ਜੀ, ਪਹਾੜੀਆਂ ਦੇਖਦੇ ਆ, ਵਾਦੀਆਂ ਦੇਖਦੇ ਆ, ਦੂਰ ਅੰਦਾਜ਼ ਨਜ਼ਰ ਦੇਖਦੇ ਆ ਚੰਗੀ ਆ। ਇੱਕ ਕਿ ਸੱਪ ਸਪੋਲੀਏ ਜਿਹੜੇ ਐ ਘਾਹ ਦੀਆਂ ਤਿੜਾਂ 'ਚ ਹੀ ਫਸੇ ਹੋਏ, ਤੇ ਸੱਪ ਸਪੋਲੀਆਂ ਵਾਂਗੂ ਤੁਸੀਂ ਜ਼ਿੰਦਗੀ ਜੀਣੀ ਆ ਜਾਂ ਜਿਹੜੀ ਰੀੜ ਦੀ ਹੱਡੀ ਵਾਲੇ ਜਾਨਵਰਾਂ ਵਾਂਗ ਜੀਣੀ ਆ? ਜ਼ਿੰਦਗੀ ਤਾਂ ਉਨੀ ਹੈ। ਡਾਕਟਰ ਸਾਹਿਬ, ਹੁਣ ਗੱਲ ਕਰਦੇ ਆ ਆਪਾਂ ਕਿਊਬੈਕ ਦੀ। ਹਾਲ ਹੀ ਵਿੱਚ ਕਿਊਬੈਕ ਦੇ ਨਿਊ ਲੈਂਗੁਏਜ ਬਿੱਲ ਵਿੱਚ ਕੁਝ ਅਮੈਂਡਮੈਂਟਸ ਕੀਤੀਆਂ ਗਈਆਂ ਨੇ, ਤੇ ਜਿਹੜੇ ਕਿਊਬੈਕ ਦੇ ਇੰਗਲਿਸ਼ ਕਾਲਜਿਸ ਹੈਗੇ ਆ ਉਹਨਾਂ ਦਾ ਕਹਿਣਾ ਕਿ ਇਹ ਜਿਹੜੀ ਸਰਕਾਰ ਆ ਨਾ ਉੱਥੋਂ ਦੀ ਉਹਨਾਂ ਨੂੰ ਨਿਸ਼ਾਨਾ ਬਣਾ ਰਹੀ ਆ। ਇਸ ਖਬਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇਹ ਕੋਈ ਨਵੀਂ ਗੱਲ ਨਹੀਂ। ਫ੍ਰੈਂਚ ਖਾਸ ਤੌਰ ਤੇ ਸਰਕਾਰ ਜਦੋਂ PQ ਦੀ ਬਣੀ ਆ 1976 ਉਸ ਤੋਂ ਬਾਅਦ ਲਗਾਤਾਰ ਉਹ ਫ੍ਰੈਂਚ ਪ੍ਰਮੋਸ਼ਨ ਲਈ ਦੂਸਰੀ ਲੈਂਗੁਏਜ ਤੇ ਹਮਲਾ ਕਰਦੇ ਆ, ਖਾਸ ਤੌਰ ਤੇ ਇੰਗਲਿਸ਼ ਤੇ। ਬਾਕੀ ਦੀਆਂ ਜਿਹੜੀਆਂ ਐਥਨਿਕ ਕਮਿਊਨਿਟੀਜ਼ ਆ ਉਹਨਾਂ ਦੀ ਵੀ ਲੈਂਗੁਏਜ ਨੂੰ ਉਭਾਰਦੇ ਨਹੀਂ ਹੈ, ਸਿਰਫ ਤੇ ਸਿਰਫ ਫ੍ਰੈਂਚ ਲੈਂਗੁਏਜ ਦੀ ਗੱਲ ਕਰਦੇ। ਹੁਣ ਜੇ ਤੁਸੀਂ ਇੱਕ ਪਾਸੇ ਸਾਇੰਟੀਫਿਕ ਅਪਰੋਚ ਲੈਂਦੇ ਆ, ਦਲੀਲ ਵਾਲੀ ਲੈਂਦੇ, ਫੇਰ ਤਾਂ ਸਾਇੰਟਿਸਟ ਤਾਂ ਸਾਨੂੰ ਇਹ ਦੱਸਦੇ ਆ ਕਿ ਇੱਕ ਇਨਸਾਨ ਜਿਹੜਾ ਯੰਗ ਉਮਰ ਦੇ ਵਿੱਚ ਤੁਸੀਂ 10, 15, 20 ਭਾਸ਼ਾ ਵੀ ਸਿੱਖ ਸਕਦੇ। ਹਾਂਜੀ। ਸਾਡੀ ਬਦਕਿਸਮਤੀ ਆ ਕਿ ਸਾਨੂੰ 3 ਹੀ ਸਿਖਾਲੀਆਂ ਗਈਆਂ, ਪਰ ਜੇ 3 ਸਿੱਖ ਸਕਦੇ ਉਹਨਾਂ ਸਕੂਲਾਂ ਦੇ ਵਿੱਚ ਜਿੱਥੇ ਪੜ੍ਹਾਈ ਹੈ ਹੀ ਨਹੀਂ ਸੀ, ਜਿੱਥੇ ਟੀਚਰ ਸਾਡੇ ਧੁੱਪੇ ਬੈਠੇ ਰਹਿੰਦੇ ਹੁੰਦੇ ਸੀ ਤੇ ਡੰਡੇ ਮਾਰਨੇ ਹੀ ਆਉਂਦੇ ਹੁੰਦੇ ਸੀ, ਉੱਥੇ 3 ਲੈਂਗੁਏਜ ਅਸੀਂ ਸਿੱਖ ਲਈਆਂ। ਪਹਿਲਾਂ ਪੰਜਾਬੀ ਲੱਗੀ ਹੁੰਦੀ ਸੀ, ਫਿਰ ਚੌਥੀ ਤੋਂ ਹਿੰਦੀ ਲੱਗਦੀ ਸੀ, 6ਵੀਂ ਤੋਂ ਬਾਅਦ ਸਾਨੂੰ ਇੰਗਲਿਸ਼ ਲੱਗਦੀ ਹੁੰਦੀ ਸੀ। 3 ਹੀ ਲੈਂਗੁਏਜ ਆਉਂਦੀਆਂ ਸਨ। ਸੋ ਜੇ ਸਾਨੂੰ 6 ਵੀ ਸਿਖਾਲਦੇ ਅਸੀਂ 6 ਵੀ ਸਿੱਖ ਜਾਣੀਆਂ ਸੀ। ਇਹ ਹੈਗੀ ਸਾਇੰਟੀਫਿਕ ਅਪਰੋਚ। ਔਰ ਦੱਸਦੇ ਆ ਜੇ ਤੁਹਾਨੂੰ ਇੱਕ ਲੈਂਗੁਏਜ ਆਉਂਦੀ ਹੈ ਨਾ, ਫਿਰ ਤੁਹਾਨੂੰ ਦੂਸਰੀ ਵੀ ਲੈਂਗੁਏਜ ਵਧੀਆ ਆਉਂਦੀ ਹੈ, ਕਿਉਂਕਿ ਤੁਸੀਂ ਕੰਪੇਅਰ ਕਰਦੇ ਆ। ਹਾਂਜੀ। ਡੀ ਟੌਕਵੈਲ ਕਹਿੰਦਾ ਹੁੰਦਾ ਸੀ, ਫਿਲਾਸਫਰ ਸੀ ਇੱਥੇ US ਦਾ, ਉਹ ਕਹਿੰਦਾ ਜੇ ਕੰਪੈਰੀਜ਼ਨ ਨਹੀਂ ਕਰਦੇ ਅਸੀਂ ਨਾ,
ਫਿਰ ਸਾਡਾ ਦਿਮਾਗ ਠੀਕ ਤਰ੍ਹਾਂ ਚੱਲਦਾ ਨਹੀਂ। ਹੁਣ ਕਾਲਾ ਤਾਂ ਹੀ ਅਸੀਂ ਕਹਿੰਦੇ ਕਿ ਗੋਰਾ ਆ, ਛੋਟਾ ਕਿਸੇ ਨੂੰ ਤਾਂ ਹੀ ਕਹਿੰਦੇ ਕਿ ਕੋਈ ਵੱਡਾ ਵੀ ਆ, ਹਾਂਜੀ, ਮੋਟਾ ਤਾਂ ਹੀ ਕਹਿੰਦੇ ਕੋਈ ਪਤਲਾ ਵੀ ਆ ਜੀ। ਅਸੀਂ ਉਹ ਕੰਪੇਅਰ ਕਰਦਾ ਦਿਮਾਗ। ਹਾਂਜੀ, ਜਦੋਂ ਤੁਸੀਂ ਤੁਲਨਾ ਕਰਦੇ ਆ ਫਿਰ ਸੌਖੇ ਤਰੀਕੇ ਨਾਲ ਸਿੱਖਦੇ ਆ। ਇਸੇ ਤਰ੍ਹਾਂ ਲੈਂਗੁਏਜ ਨੂੰ ਅਸੀਂ ਸੌਖੇ ਤਰੀਕੇ ਨਾਲ ਸਿੱਖਦੇ ਆ। ਔਰ ਦੂਸਰਾ ਵੱਡੀ ਗੱਲ ਹੈ ਜਿਹੜੀ ਲਿੰਗੁਇਸਟਿਕਸ ਸਾਨੂੰ ਦੱਸਦੇ ਆ, ਅਗੇਨ ਸਾਇੰਟਿਸਟ, ਉਹ ਇਹ ਦੱਸਦੇ ਆ ਕਿ ਜੇ ਬੱਚਾ ਆਪਣੀ ਮਾਂ ਬੋਲੀ ਦੇ ਵਿੱਚ ਕੋਈ ਵੀ ਚੀਜ਼ ਸਿੱਖਦਾ ਹੈ ਉਹਨੂੰ ਛੇਤੀ ਸਮਝ ਆਉਂਦੀ ਹੈ, ਕਿਉਂਕਿ ਉਹ ਉਹਦੇ ਨਾਲ ਰਿਲੇਟ ਕਰਦਾ ਹੈ ਗੱਲਾਂ ਨੂੰ। ਜੇ ਉਹਨੂੰ ਕਿਸੇ ਹੋਰ ਭਾਸ਼ਾ ਦੇ ਵਿੱਚ ਸਿਖਾਲਦੇ ਆ ਤੇ ਉਹ ਹੋ ਸਕਦਾ ਸਿੱਖ ਤਾਂ ਜਾਊਗਾ, ਜੋ ਬੱਚਾ ਉਹਦੀ ਸਿੱਖਣ ਸ਼ਕਤੀ ਤਕੜੀ ਹੁੰਦੀ ਹੈ ਜਦੋਂ ਬਚਪਨ ਦੇ ਵਿੱਚ, ਇਸ ਕਰਕੇ ਉਹ ਸਿੱਖ ਤਾਂ ਜਾਊਗਾ ਪਰ ਉਸ ਲੈਵਲ ਤੇ ਕ੍ਰੀਏਟਿਵ ਨਹੀਂ ਬਣੂਗਾ। ਤੁਸੀਂ ਇੰਡੀਆ ਦੇ ਵਿੱਚ ਇੰਗਲਿਸ਼ ਮੀਡੀਅਮ ਦੇ ਸਕੂਲ ਦੇਖੇ, ਉੱਥੇ ਕੋਈ ਜਿਹੜਾ ਇੰਡੀਆ ਦਾ ਰਾਸ਼ਟਰਪਤੀ ਸੀ, ਉਹ ਕੀ ਨਾਂ ਸੀ ਉਹਦਾ, ਅਬਦੁਲ ਕਲਾਮ ਜੀ। ਡਾਕਟਰ ਅਬਦੁਲ ਕਲਾਮ ਵਰਗੇ ਜਿੰਨੇ ਸਾਇੰਟਿਸਟ ਆ ਇੰਡੀਆ ਦੇ ਵਿੱਚ ਟੌਪ ਦੇ ਲੈਵਲ ਦੇ, ਮੈਂ ਗੱਲ ਕਰਦਾ, ਉਹ ਸਾਰੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਪੜ੍ਹੇ ਆ। ਹਾਂਜੀ। ਉਹ ਇਸ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਆਪਣੀ ਲੈਂਗੁਏਜ ਤਾਮਿਲ ਚ ਪੜ੍ਹਦੇ ਸੀ, ਤਾਮਿਲ ਹੈ, ਮਲਿਆਲੀ ਪੜ੍ਹਦੇ ਆ, ਮਲਿਆਲੀ ਦੇ ਵਿੱਚ, ਪੰਜਾਬੀ ਪੜ੍ਹਦੇ ਸੀ, ਪੰਜਾਬੀ ਦੇ ਵਿੱਚ। ਇੰਗਲਿਸ਼ ਹੁਣ ਇੱਕ ਹੋਰ ਦੇਸ਼ ਦੀ ਲੈਂਗੁਏਜ ਆ, ਉਹਦੇ ਵਿੱਚ ਉਹ ਬੱਚੇ ਸਿੱਖ ਤਾਂ ਜਾਂਦੇ ਆ, IAS ICS ਬਣਦੇ ਹੋਣਗੇ, IPS ਬਣਦੇ ਹੋਣਗੇ, ਪਰ ਉਹ ਸਾਇੰਟਿਸਟ ਨਹੀਂ ਬਣ ਸਕਦੇ ਕਿਉਂਕਿ ਕ੍ਰੀਏਟਿਵ ਥਿੰਕਿੰਗ ਹੈ ਨਹੀਂ ਉਹਨਾਂ ਦੀ, ਦਿਮਾਗ ਹੈ ਨਹੀਂ। ਉਹ ਜਿਸ ਲੈਵਲ ਤੇ ਅਬਦੁਲ ਕਲਾਮ ਦਾ ਦਿਮਾਗ ਹੈ ਸੀ ਸਾਡੇ ਜੀ, ਉਸ ਲੈਵਲ ਵਾਲਾ ਦਿਮਾਗ ਇੰਗਲਿਸ਼ ਮੀਡੀਅਮ ਵਾਲਿਆਂ ਦੇ ਕੋਲ ਹੈ ਨਹੀਂ, ਕਿਉਂਕਿ ਇੱਕ ਹੋਰ ਲੈਂਗੁਏਜ ਦੇ ਵਿੱਚ ਉਹ ਭਾਸ਼ਾ ਦੇ ਵਿੱਚ ਇੱਕ ਸਬਜੈਕਟ ਨੂੰ ਸਿੱਖ ਰਹੇ ਆ। ਤੇ ਇਹ ਜਿਹੜਾ ਸਾਡਾ ਸਿਸਟਮ ਆ, ਇਹ ਦਲੀਲ ਨਾਲ ਜਾਂ ਸਾਇੰਟਿਫਿਕ ਸੋਚ ਦੇ ਨਾਲ ਨਹੀਂ ਚੱਲ ਸਕਦਾ, ਕਿਉਂਕਿ ਇੱਥੇ ਹੈਗਾ ਵੋਟਾਂ ਦਾ ਸਿਸਟਮ। ਜਿੱਥੇ ਜਿੱਥੇ ਵੀ ਇਲੈਕਸ਼ਨ ਹੁੰਦੀ ਆ, ਸਭ ਤੋਂ ਸੌਖਾ ਤਰੀਕਾ ਹੈਗਾ ਨਫ਼ਰਤ ਫੈਲਾਉਣਾ। ਜੇ ਤੁਸੀਂ ਲੋਕਾਂ ਨੂੰ ਭੜਕਾਉਣਾ ਨਾ, ਤਾਂ ਉਹ ਤਰੀਕਾ ਸਭ ਤੋਂ ਵਧੀਆ ਵੋਟਾਂ ਲੈਣ ਦਾ। ਕਿਸੇ ਬੰਦੇ ਨੂੰ ਚੰਗੇ ਪਾਸੇ ਲਾਉਣ ਲਈ, ਚੰਗੀਆਂ ਕ੍ਰੀਏਟਿਵ ਉਹਦੀਆਂ ਐਨਰਜੀਜ਼ ਯੂਜ਼ ਕਰਨ ਲਈ, ਉਹ ਲਈ ਬਹੁਤ ਦਲੀਲਬਾਜ਼ੀ ਦੀ ਲੋੜ ਹੁੰਦੀ ਹੈ। ਹੁਣ ਇੱਥੇ ਬੈਠੇ ਤੁਸੀਂ, ਬਹੁਤ ਸੌਖੀ ਗੱਲ ਹੈ, ਤੁਸੀਂ ਯੂਰਪ 'ਚ ਜਾਂ ਨਾਰਥ ਅਮਰੀਕਾ 'ਚ ਜਿਸ ਵੇਲੇ ਇਕਨੋਮਿਕ ਰਿਸੈਸ਼ਨ ਆ ਜਾਂਦਾ, ਫਾਰ ਐਗਜ਼ਾਮਪਲ, ਤੁਸੀਂ ਇੱਥੇ ਆਮ ਬੰਦੇ ਫੈਕਟਰੀਜ਼ ਦੇ ਵਿੱਚੋਂ ਲੇਡ ਆਫ ਹੋਣ, ਮਿਲਜ਼ ਦੇ ਵਿੱਚੋਂ ਲੇਡ ਆਫ ਹੋਣ, ਘਰੀਂ ਬੈਠੇ ਹੋਣ, ਉਹਨਾਂ ਨੂੰ ਇੱਕ ਬਹੁਤ ਸੌਖਾ ਤਰੀਕਾ, ਜੇ ਤਾਂ ਤੁਸੀਂ ਇਕਨੋਮਿਕਸ ਸਮਝਾਉਣ ਲੱਗਦੇ ਆ ਬਈ ਰਿਸੈਸ਼ਨ ਇਸ ਕਰਕੇ ਆਉਂਦਾ ਹੁੰਦਾ ਵੀ ਸਪਲਾਈ ਜ਼ਿਆਦਾ ਹੋ ਗਈ ਸੀ, ਡਿਮਾਂਡ ਘਟ ਗਈ ਸੀ, ਤੇ ਲੋਕਾਂ ਦੀ ਪਰਚੇਸਿੰਗ ਪਾਵਰ ਘਟ ਗਈ ਸੀ। ਹੁਣ ਇਹ ਹੈਗੀ ਦਲੀਲ ਦੀ ਗੱਲ, ਇਕਨੋਮਿਕਸ ਦੀ ਗੱਲ, ਇਹ ਆਮ ਬੰਦੇ ਦੀ ਸਮਝ ਨਹੀਂ ਆਉਣੀ। ਪਰ ਜੇ ਤੁਸੀਂ ਦੱਸੋ ਵੀ ਆਹ ਬੰਦੇ ਜਿਹੜੇ ਇੰਡੀਆ ਤੋਂ ਪਾਕਿਸਤਾਨ ਤੋਂ ਆਏ ਆ ਨਾ, ਇਹਨਾਂ ਨੇ ਤੁਹਾਡੀਆਂ ਜੌਬਾਂ ਲੈ ਲਈਆਂ, ਇਹਨਾਂ ਨੂੰ ਬਾਹਰ ਕੱਢੋ ਤਾਂ ਤੁਹਾਡੀ ਇੰਪਲੋਇਮੈਂਟ ਮਿਲ ਜਾਣੀ, ਉਹ ਸਭ ਤੋਂ ਸੌਖੀ ਗੱਲ ਜੀ। ਉਹਦੇ ਨਾਲ ਉਹ ਅੱਗਾਂ ਲਾਉਣ ਲੱਪਣਗੇ ਇੱਕ ਦੂਜੇ ਦੇ। ਸੋ ਫ੍ਰੈਂਚ ਨੇ ਕਿਬੈਕ ਵਾਲਿਆਂ ਦੇ ਕੋਈ ਨਵਾਂ ਸਲੂਸ਼ਨ ਨਹੀਂ ਆ, ਇਹ ਹਰ ਇੱਕ ਜਗ੍ਹਾ ਤੇ। ਜੇ ਸ੍ਰੀਲੰਕਾ ਦੇ ਵਿੱਚ ਹੁਣ ਕੀ ਹੋ ਰਿਹਾ, ਉਹਨਾਂ ਨੇ ਸਾਰਾ ਪੈਸਾ ਜਿਹੜਾ ਆ ਤਾਮਿਲਾਂ ਨੂੰ ਸਪਰੈਸ ਕਰਨ ਤੇ ਲਾਤਾ ਸੀ, ਭਾਸ਼ਾ ਦੀ ਗੱਲ ਸੀ ਸਿਰਫ। ਹਾਂਜੀ। ਇਹ ਗੱਲ ਕਰਕੇ ਪਾਰਲੀਮੈਂਟ 'ਚ ਬੰਦਿਆਂ ਨੇ ਕਿਹਾ ਵੀ ਕਿ ਜੇ ਤੁਸੀਂ ਤਾਮਿਲ ਭਾਸ਼ਾ ਨੂੰ ਅੱਗੇ ਰੈਕਗਨਾਈਜ਼ ਕਰਦੇ ਸੀ, ਅਸੀਂ ਮਾਨਤਾ ਦਿੰਦੇ ਸੀ, ਇਸੇ ਤਰ੍ਹਾਂ ਦੇਈ ਚੱਲੋ, ਉਹਨਾਂ ਨੂੰ ਬੰਦ ਕਰਨਾ, ਉਸ ਭਾਸ਼ਾ ਨੂੰ ਬੰਦ ਕਰਨਾ, ਇਹ ਗੱਲ ਗਲਤ ਹੈ। ਹੁਣ ਪਾਕਿਸਤਾਨ ਦੇ ਵਿੱਚੋਂ ਈਸਟ ਪਾਕਿਸਤਾਨ, ਜਿਹਨੂੰ ਅਸੀਂ ਬੰਗਲਾਦੇਸ਼ ਕਹਿੰਦੇ ਹਾਂ, ਕਿਉਂ ਟੁੱਟਿਆ? ਸਿਰਫ ਭਾਸ਼ਾ ਦਾ ਕਰ। ਹਾਂਜੀ। ਬੋਲੀ ਉਹਨਾਂ ਦੀ ਹੋਰ ਸੀ, ਉਹਨਾਂ ਤੇ ਉਰਦੂ ਥਾਪਦੇ ਸੀ, ਉਹ ਕਹਿੰਦੇ ਅਸੀਂ ਉਰਦੂ। ਹੁਣ ਤੁਸੀਂ ਕਹੋ ਵੀ ਠੀਕ ਹੈ, ਤੁਸੀਂ ਬੰਗਾਲੀ ਵੀ ਸਿੱਖ ਲਓ, ਤੁਸੀਂ ਉਰਦੂ ਵੀ ਸਿੱਖ ਲਓ, ਨਾਲ ਪੰਜਾਬੀ ਵੀ ਸਿੱਖ ਲਓ, ਸਿੰਧੀ ਵੀ ਸਿੱਖ ਲਓ, ਬਲੋਚੀ ਵੀ ਸਿੱਖ ਲਓ। ਇਨਸਾਨ ਆ, ਉਹਨਾਂ ਨੇ ਸਾਰੀਆਂ ਸਿੱਖ ਜਾਣੀਆਂ ਸੀ। ਪਰ ਨਹੀਂ, ਅਸੀਂ ਤੁਹਾਨੂੰ ਆਪਣੀ ਬੋਲੀ ਵੀ ਨਹੀਂ ਬੋਲਣ ਦੇਣੀ। ਇਹ ਫ੍ਰੈਂਚ ਵਾਲਿਆਂ ਦਾ ਉਹੀ ਸਿਸਟਮ ਬਣਾਇਆ, ਉਹ ਕਿ ਨਫ਼ਰਤ ਦੂਸਰਿਆਂ ਦੇ ਖਿਲਾਫ ਫੈਲਾਉਣੀ ਬਹੁਤ ਸੌਖੀ ਆ।
ਉਹਦੇ ਨਾਲ ਵੋਟਾਂ ਮਿਲਣੀਆਂ। ਹੁਣ ਇਲੈਕਸ਼ਨ ਆਉਣ ਵਾਲੀ ਹੈ, ਇਲੈਕਸ਼ਨ ਉਹਨਾਂ ਨੇ ਕਿੱਦਾਂ ਜਿੱਤਣੀ ਹੈ? ਨਫ਼ਰਤ ਨਾਲ ਜਿੱਤਣੀ, ਨਫ਼ਰਤ ਪੈਦਾ ਕਰਨੀ ਅੰਗਰੇਜ਼ੀ ਬੋਲਣ ਵਾਲਿਆਂ ਦੇ ਖਿਲਾਫ। ਹੁਣ ਅੰਗਰੇਜ਼ੀ ਸਿੱਖਦੇ ਕਿਉਂ ਆ? ਫ੍ਰੈਂਚ ਵੀ ਅੰਗਰੇਜ਼ੀ ਸਿੱਖਣ ਲਈ ਕਾਹਲੇ ਆ। ਹਾਂਜੀ, ਅੰਗਰੇਜ਼ੀ ਲੋਕੀ ਸਿੱਖਦੇ ਆ ਕਿ ਇਹਦੇ ਨਾਲ ਜੌਬ ਅਪਰਚੁਨਿਟੀਜ਼ ਜਿਹੜੀਆਂ ਆ ਜ਼ਿਆਦਾ ਹੁੰਦੀਆਂ ਜੀ। ਅਸੀਂ ਵੀ ਤਾਂ ਅੰਗਰੇਜ਼ੀ ਤਾਂ ਹੀ ਸਿੱਖੀ ਹੈ। ਹੁਣ ਮੈਂ ਖੁਦ ਅੰਗਰੇਜ਼ੀ ਦੇ ਵਿੱਚ ਹੀ ਲੈਕਚਰ ਦਿੰਦਾ। ਹਾਂਜੀ, ਤੇ ਉਹਦੇ ਚੋਂ ਮੇਰੀ ਰੋਟੀ ਰੋਜ਼ੀ ਚੱਲਦੀ ਹੈ। ਤੇ ਉਹ ਹੈਗੀ ਹੈ ਕਿ ਜਿਹੜੇ ਕਿਊਬੈਕ ਦੇ ਵਿੱਚ ਜਿੰਨੇ ਵੀ ਐਲੋਫੋਨਸ ਤੇ ਐਂਗਲੋਫੋਨਸ ਆ ਜਾਂ ਈਵਨ ਫ੍ਰੈਂਕੋਫੋਨਸ ਵੀ, ਉਹਨਾਂ ਨੂੰ ਕਹੋ ਵੀ ਭਾਈ ਸਿੱਖ ਲਓ ਆਪਣੀਆਂ ਲੈਂਗੁਏਜ, ਕੋਈ ਗੱਲ ਨਹੀਂ, ਪਰ ਨਾਲ ਦੀ ਨਾਲ ਤੁਸੀਂ ਫ੍ਰੈਂਚ ਵੀ ਸਿੱਖ ਲਓ। ਹਾਂਜੀ, ਇਹ ਤਾਂ ਹੈਗਾ ਸਾਇੰਟੀਫਿਕ ਮੈਥਡ ਤੇ ਬੜਾ ਦਲੀਲ ਵਾਲਾ ਮੈਥਡ ਜੀ। ਪਰ ਜੇ ਇਲੈਕਸ਼ਨ ਦੇ ਵਿੱਚ ਤਾਂ ਇਹ ਕੰਮ ਨਹੀਂ ਆਉਣਾ ਨਾ, ਇਹ ਦਲੀਲ ਤਾਂ ਗੱਲ ਨਹੀਂ ਆਉਣੀ, ਨਾ ਸਦਭਾਵਨਾ ਕੰਮ ਆਉਣੀ ਹੈ। ਇਲੈਕਸ਼ਨ ਤਾਂ ਨਫ਼ਰਤ ਫੈਲਾਉਂਗੇ ਤਾਂ ਤੁਹਾਨੂੰ ਵੋਟਾਂ ਪੈਣੀਆਂ। ਨਫ਼ਰਤ ਦੀ ਦੁਨੀਆ ਨੇ ਆ ਬੋਲੀਆਂ ਦੀ ਜਿਹੜੀ ਤੁਸੀਂ ਦੇਖੋ ਸ੍ਰੀਲੰਕਾ ਦਾ ਬੁਰਾ ਹਾਲ ਹੋਇਆ ਬੋਲੀ ਦਾ ਕਰਕੇ। ਹਾਂਜੀ, ਪਾਕਿਸਤਾਨ ਦੁਫਾੜ ਹੋ ਗਿਆ ਬੋਲੀ ਦਾ ਕਰਕੇ ਜੀ। ਹੁਣ ਵੀ ਅਜੇ ਤੱਕ ਹੁਣ ਸੰਵਿਧਾਨ ਦੇ ਵਿੱਚ ਕਿਹਾ ਹੈ ਕਿ ਤੁਸੀਂ ਜੇ ਸਿੰਧ ਦੇ ਵਿੱਚ ਸਿੰਧੀ ਲਾਓ, ਉਹਨਾਂ ਲਾਈ ਹੈ, ਬਲੋਚਿਸਤਾਨ 'ਚ ਬਲੋਚੀ ਲਾਈ ਹੈ, ਪੰਜਾਬ 'ਚ ਅਜੇ ਤੱਕ ਜਿਹੜੀ ਪੰਜਾਬੀ ਆ ਉਹ ਆਪਸ਼ਨਲ ਰੱਖੀ ਆ। ਅਜੇ ਤਾਈਂ ਸਮਝ ਨਹੀਂ ਆਈ। ਬੰਗਲਾਦੇਸ਼ ਵੀ ਖਵਾ ਬੈਠੇ ਆ, ਫੇਰ ਵੀ ਸਮਝ ਤਾਂ ਆਈ ਹੈ, ਪਰ ਉਰਦੂ ਸਪੀਕਰ ਜਿਹੜੇ ਆ ਉਹ ਜਾਣ ਬੁੱਝ ਕੇ ਗਲੇ ਦੇ ਵਿੱਚ ਪਾ ਰਹੇ ਆ ਕਿ ਤੁਸੀਂ ਉਰਦੂ ਹੀ ਸਿੱਖਣਾ, ਜਿੱਦਾਂ ਸਾਡੇ ਕਹਿੰਦੇ ਕਿ ਹਿੰਦੀ ਹੀ ਸਿੱਖਣੀ ਹੈ। ਹਾਂਜੀ, ਜੇ ਹਿੰਦੀ ਨਹੀਂ ਬੋਲਦੇ ਤਾਂ ਤੁਸੀਂ ਦੇਖੋ ਸ਼ਹਿਰਾਂ ਦੇ ਵਿੱਚ ਜਾਣਗੇ ਲੋਕੀ, ਕਈ ਬੰਦੇ ਪੰਜਾਬੀ ਬੰਦੇ ਹੋਣਗੇ, ਉਹ ਹਿੰਦੀ ਬੋਲਣ ਦੀ ਕੋਸ਼ਿਸ਼ ਕਰਦੇ ਆ। ਹਾਂਜੀ, ਜਿਹੜਾ ਪੰਜਾਬੀ ਆ ਹੋ ਸਕਦਾ ਉਹ 15 ਲੈਂਗੁਏਜ ਜਾਣਦਾ ਹੋਵੇ। ਬੋਲੀ ਤਾਂ ਤੁਸੀਂ ਇੱਕ ਨਹੀਂ 50 ਸਿੱਖ ਸਕਦੇ ਜੀ, ਜੇ ਕੋਸ਼ਿਸ਼ ਕਰਨੀ ਹੈ। ਪਰ ਇਹ ਕੋਸ਼ਿਸ਼ ਕਰਨੀ ਕਿ ਬਾਕੀ ਦੀਆਂ ਨਹੀਂ ਸਿੱਖਣ ਦੇਣੀਆਂ, ਆਹ ਹੀ ਸਿੱਖਣੀਆਂ। ਹੁਣ ਤੁਹਾਨੂੰ ਕੋਈ ਜ਼ੋਰ ਪਾਵੇ ਕਿ ਰੋਟੀ ਜੇ ਖਾਣੀ ਤਾਂ ਮਸਰਾਂ ਦੀ ਦਾਲ ਨਾਲ ਹੀ ਖਾਣੀ ਹੈ, ਤੁਹਾਨੂੰ ਮਾਹਾਂ ਦੀ ਦਾਲ ਨਹੀਂ ਖਾਣ ਦੇਣੀ, ਬੰਦੇ ਉਹ ਰਿਵੋਲਟ ਕਰਨਗੇ। ਹਾਂਜੀ, ਹਾਂਜੀ। ਸਾਇੰਟੀਫਿਕ ਗੱਲ ਤਾਂ ਇਹ ਆ ਵੀ ਉਹਨੂੰ ਸਬਜ਼ੀ ਵੀ ਦੇ ਦਿਓ, ਇੱਕ ਦਿਨ ਕੋਈ ਹੋਰ ਦੇ ਦਿਓ, ਪੀਜ਼ਾ ਵੀ ਖਾ ਲਵੇ, ਕੋਈ ਗੱਲ ਨਹੀਂ। ਪਰ ਜੇ ਤੁਸੀਂ ਡੰਡੇ ਨਾਲ ਰਾਜ ਕਰਨਾ ਆ, ਨਫ਼ਰਤ ਫੈਲਾਉਣੀ ਆ, ਤੇ ਨਫ਼ਰਤ ਦੀ ਦੁਨੀਆ ਦੇ ਵਿੱਚ ਵੋਟਾਂ ਇਸੇ ਤਰੀਕੇ ਨਾਲ ਮਿਲਦੀਆਂ ਵੀ ਫ੍ਰੈਂਚੀ ਸਿੱਖੋ, ਦੂਜੀ ਭਾਸ਼ਾ ਲੈ ਕੇ ਆਂਦੀ ਤਾਂ ਅਸੀਂ ਤੁਹਾਡੇ ਡੰਡਾ ਫੇਰਨਾ। ਮਤਲਬ ਕਿ ਵੋਟਾਂ ਦਾ ਹੀ ਸਾਰਾ ਚੱਕਰ ਹੈਗਾ, ਸਾਰਾ ਵੋਟਾਂ ਦਾ ਚੱਕਰ ਹੈ। ਡਾਕਟਰ ਸਾਹਿਬ, ਯੂਐਸ ਸੈਨੇਟਰ ਜੋ ਆ ਉਹਨਾਂ ਵੱਲੋਂ ਅਲਬਰਟਾ ਦੇ ਆਇਲ ਸੈਂਡਸ ਦਾ ਦੌਰਾ ਕੀਤਾ ਜਾ ਰਿਹਾ, ਤਾਂ ਤੁਸੀਂ ਉਹਨਾਂ ਦੀ ਇਸ ਵਿਜ਼ਿਟ ਨੂੰ ਕਿਸ ਤਰ੍ਹਾਂ ਦੇਖਦੇ? ਤੁਹਾਨੂੰ ਕੀ ਲੱਗਦਾ ਕਿ ਕੀ ਪਰਪਸ ਆ? ਖਾਸ ਤੌਰ ਤੇ ਜਿਹੜਾ ਸੈਨੇਟਰ ਆ ਉਹ ਹੈ ਡੈਮੋਕ੍ਰੈਟਿਕ ਪਾਰਟੀ ਦਾ। ਹਾਂਜੀ, ਡੈਮੋਕ੍ਰੈਟਿਕ ਪਾਰਟੀ ਵਾਲੇ ਆਇਲ ਸੈਂਡ ਦੇ ਖਿਲਾਫ ਬਹੁਤ ਪ੍ਰਚਾਰ ਕਰਦੇ ਰਹੇ ਜੀ। ਇਹਨਾਂ ਨੇ ਕੀਸਟੋਨ ਜਿਹੜੀ ਇੱਕ ਪਾਈਪਲਾਈਨ ਸੀ ਕੈਨੇਡਾ ਤੋਂ, ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਆ ਕੇ ਦਫ਼ਤਰ ਦੇ ਵਿੱਚ ਪਹਿਲਾ ਉਹਦਾ ਐਕਸ਼ਨ ਇਹ ਸੀ ਵੀ ਉਹ ਖਤਮ ਕੀਤੀ। ਹਾਂਜੀ, ਹੁਣ ਆਇਲ ਪ੍ਰਾਈਸਿਸ ਤਾਂ ਜਾ ਰਹੀਆਂ, ਪ੍ਰੈਸ਼ਰ ਪੈ ਰਿਹਾ ਉਹਦੇ ਤੇ ਜੋ ਬਾਈਡਨ ਤੇ ਕਿ ਜੇ ਸਾਡੇ ਕੈਨੇਡਾ ਦਾ ਆਇਲ ਪਾਈਪਲਾਈਨ ਰਾਹੀਂ ਆਉਂਦਾ ਹੁੰਦਾ ਤੇ ਅੱਜ ਜਿਹੜਾ ਤੁਸੀਂ 1 ਮਿਲੀਅਨ ਬੈਰਲਸ ਪਰ ਡੇ ਰਿਜ਼ਰਵ ਦੇ ਵਿੱਚੋਂ ਕੱਢ ਰਹੇ ਆ, ਉਹ ਕੱਢਣ ਦੀ ਲੋੜ ਨਹੀਂ ਸੀ। ਹਾਂਜੀ, ਕਿਉਂਕਿ ਹਰ ਰੋਜ਼ ਕੀਸਟੋਨ ਪਾਈਪਲਾਈਨ ਦੇ ਵਿੱਚ 8.5 ਲੱਖ ਬੈਰਲਸ ਅਸੀਂ ਉੱਥੋਂ ਭੇਜ ਸਕਦੇ ਹਾਂ। ਇਵੈਂਚੁਅਲੀ ਉਹਦੀ ਇੰਨੀ ਕਪੈਸਿਟੀ ਸੀ। ਕੋਈ 2.25 ਲੱਖ ਬੈਰਲਸ ਇਹ ਰਸ਼ੀਆ ਤੋਂ ਮੰਗਾਉਂਦੇ ਸੀ, ਉਹ ਬੰਦ ਕਰਤਾ ਹੈ। ਹੁਣ 1 ਮਿਲੀਅਨ ਬੈਰਲਸ ਪਰ ਡੇ ਇਹ ਆਪ ਰਿਜ਼ਰਵ ਦੇ ਵਿੱਚੋਂ ਕੱਢ ਕੇ ਵੇਚ ਰਹੇ ਆ। ਤੇ ਹੁਣ ਫਸੇ ਤਾਂ ਇਸ ਗੱਲ ਤੇ ਹੈ ਕਿ ਹਰੇ ਪਿਛਲੇ ਸਾਲ ਹੀ ਤਾਂ ਉਹ ਕੀਸਟੋਨ ਨੂੰ ਬੰਦ ਕਰਕੇ ਹਟਿਆ। ਕੀਸਟੋਨ ਦਾ ਆਈਡੀਆ ਹੈ, ਪਹਿਲਾਂ ਕੁਛ ਕੁ ਬੈਂਕਾਂ ਨੇ ਕੰਪਨੀ ਕ੍ਰੀਏਟ ਕੀਤੀ ਆ। ਇਹ ਕੈਨੇਡਾ ਦੀਆਂ ਤਕਰੀਬਨ ਸਾਰੀਆਂ ਬੈਂਕਾਂ ਆ, ਅਮਰੀਕਾ ਦੀਆਂ ਵੀ ਬੈਂਕਾਂ, ਉਹਦੇ ਵਿੱਚ ਸ਼ੇਅਰ ਉਹਨਾਂ ਦੇ ਵੀ ਹੈਗੇ, ਜਿੱਦਾਂ JP ਮੋਰਗਨ ਦਾ ਹਿੱਸਾ ਆ ਉਹਦੇ ਵਿੱਚ। ਇਹਨਾਂ ਨੇ ਉਹ ਕੰਪਨੀ ਕ੍ਰੀਏਟ ਕੀਤੀ ਸੀ ਕਿ ਕੈਨੇਡਾ ਦੇ ਅਲਬਰਟਾ ਦੇ ਵਿੱਚੋਂ
ਇਹ ਆਇਲ ਕੱਢ ਕੇ ਲਿਜਾ ਕੇ US ਦੇ ਵਿੱਚ ਸਪਲਾਈ ਕੀਤਾ ਜਾਵੇ ਔਰ ਇਵੈਂਚੁਅਲੀ ਗਲਫ ਆਫ ਮੈਕਸੀਕੋ ਦੇ ਵਿੱਚ ਲਿਜਾਂਦਾ ਜਾਵੇ, ਜਿੱਥੇ ਇਹਨਾਂ ਦੀਆਂ ਬਹੁਤ ਜ਼ਿਆਦਾ ਰਿਫਾਈਨਰੀਜ਼ ਹੈ। ਇੱਕ ਤਾਂ ਅਮਰੀਕਾ ਨੂੰ ਫਾਇਦਾ ਹੋਊਗਾ, ਦੂਸਰਾ ਇੰਟਰਨੈਸ਼ਨਲ ਮਾਰਕੀਟ ਨੂੰ ਉੱਥੋਂ ਭੇਜਣਾ ਸੌਖਾ ਹੁੰਦਾ। ਤੇ ਇਹਨਾਂ ਨੇ ਪਹਿਲਾਂ ਤਾਂ 2008 ਦੇ ਵਿੱਚ ਇਹ ਪ੍ਰਪੋਜ਼ਲ ਦਿੱਤੀ ਸੀ, 2 ਸਾਲ ਉਹਨਾਂ ਨੂੰ ਲੱਗੇ ਆਪਣੇ ਲੌਜਿਸਟਿਕਸ ਕਾਇਮ ਕਰਨ ਨੂੰ, ਫਿਰ 2 ਸਾਲ ਹੋਰ ਲੱਗੇ ਪਰਮਿਟ ਲੈਣ ਨੂੰ, ਜਿੱਦਾਂ ਸਿਟੀ ਆਫ ਸਰੀ ਦੇ ਪਰਮਿਟ ਮਿਲਦੇ ਨਾ, ਹਾਂਜੀ, ਇਦਾਂ ਹੀ ਉੱਥੇ ਮਿਲਦੇ। ਤੇ 2012 ਦੇ ਵਿੱਚ ਉਹ ਪਾਈਪਲਾਈਨ ਸ਼ੁਰੂ ਕੀਤੀ ਇਹਨਾਂ ਨੇ। ਸੋ ਪਾਈਪਲਾਈਨ ਐਕਚੁਅਲੀ ਅਲਬਰਟਾ ਤੋਂ ਲੈ ਕੇ ਇਲੀਨੋਇਸ ਪ੍ਰੋਵਿੰਸ ਸੂਬੇ ਤਾਈਂ, ਜਿੱਥੇ ਸ਼ਿਕਾਗੋ ਆ, ਉੱਥੇ ਤਾਈਂ ਬਣ ਚੁੱਕੀ ਆ। ਉਦੋਂ ਬਾਅਦ ਬਰਾਕ ਓਬਾਮਾ ਆ ਗਏ, ਉਹ ਜਿਹੜੇ এনवायरमेंटलिस्ट ਰੌਲਾ ਪਾਉਂਦੇ ਸੀ ਆਇਲ ਸੈਂਡਸ ਦੇ ਖਿਲਾਫ ਆ, ਅਸੀਂ ਫੋਸਲ ਫਿਊਲ ਦੇ ਖਿਲਾਫ ਆ, ਉਹਨਾਂ ਨੇ ਬੰਦ ਕਰਤੀ ਉਹ। ਹਾਂਜੀ, ਜਿਹੜੀ ਇਹ ਕੰਪਨੀ ਸੀ ਜਿਨ੍ਹਾਂ ਨੇ ਤਕਰੀਬਨ ਬਿਲੀਅਨਸ ਆਫ ਡਾਲਰਸ ਲਾ ਚੁੱਕੇ ਸੀ, ਉਹਨਾਂ ਨੇ ਫਿਰ US ਸਰਕਾਰ ਨੂੰ ਸੂ ਕਰ ਦਿੱਤਾ ਉੱਥੇ ਅਮਰੀਕਨ ਕੋਰਟ ਦੇ ਵਿੱਚ। ਹਾਂਜੀ, $15 ਬਿਲੀਅਨ ਲਈ। ਉਹ ਮੁਕੱਦਮਾ ਜੇ ਚੱਲਦਾ ਹੀ ਸੀ ਕਿ 2017 ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਉਹਨੂੰ ਅਪਰੂਵਲ ਦਿੱਤੀ। ਅਪਰੂਵਲ ਇਸ ਕੰਡੀਸ਼ਨ ਦਿੱਤੀ ਕਿ ਤੁਸੀਂ ਮੁਕੱਦਮਾ ਵਾਪਸ ਲੈ ਲਓ। ਉਹਨਾਂ ਨੇ ਮੁਕੱਦਮਾ ਵਾਪਸ ਲੈ ਲਿਆ, ਇਹਨਾਂ ਨੇ ਅਪਰੂਵਲ ਦਿੱਤੀ, ਉਹਨਾਂ ਨੇ ਫੇਰ ਸ਼ੁਰੂ ਕਰਤਾ ਕੰਮ ਉੱਤੇ। ਉਸ ਤੋਂ ਬਾਅਦ ਡੈਮੋਕ੍ਰੈਟਿਕ ਪਾਰਟੀ ਵਾਲੇ ਫੇਰ ਕਹਿੰਦੇ ਕੀਸਟੋਨ ਜਿਹੜੀ ਆ ਇਹ ਤੁਹਾਡੀ ਅਸੀਂ ਬਣ ਨਹੀਂ ਦੇਣੀ। ਹੁਣ ਜਦੋਂ ਜੋ ਬਾਈਡਨ ਆਏ ਆ, ਪ੍ਰੈਜ਼ੀਡੈਂਟ ਬਣੇ ਆ, ਪਹਿਲਾ ਐਕਸ਼ਨ ਉਹਨਾਂ ਦਾ ਇਹ ਸੀ, ਉਹਨਾਂ ਨੇ ਕੀਸਟੋਨ ਪਾਈਪਲਾਈਨ ਬੰਦ ਕੀਤੀ ਜੀ। ਹੁਣ ਕੀ ਸਿਚੁਏਸ਼ਨ ਇਹ ਆ ਗਈ ਆ ਕਿ ਹੁਣ ਇੱਕਦਮ ਉਹਨਾਂ ਨੂੰ ਲੋੜ ਹੈ ਸਾਡੇ ਆਇਲ ਦੀ। ਹਾਂਜੀ, ਦਿਮਾਗ ਦੇ ਵਿੱਚ ਹੁਣ ਆਪੇ ਥੁੱਕ ਕੇ ਤਾਂ ਆਪ ਹੀ ਚੱਟ ਨਹੀਂ ਸਕਦੇ। ਸੰਤ ਰਾਮਦਾਸ ਹੀ ਕਹਿੰਦਾ ਹੁੰਦਾ ਸੀ, ਕਹਿੰਦਾ ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ, ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ, ਇਹਨਾਂ ਆਪ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ, ਆਪੇ ਥੁੱਕ ਕੇ ਤੇ ਆਪੇ ਚੱਟ ਲੈਂਦੇ। ਹੁਣ ਇਹ ਸਿਚੁਏਸ਼ਨ ਉਹ ਲਈ ਜੋ ਬਾਈਡਨ ਲਈ ਬਣੀ ਹੈ ਕਿ ਆਪੇ ਹੀ ਤਾਂ ਮੈਂ ਕੈਂਸਲ ਕਰਕੇ ਹਟਿਆ, ਹੁਣ ਆਪੇ ਰਿਸਟੋਰ ਕਰਨਾ ਬਹੁਤ ਔਖਾ ਹੈ। ਤਾਂ ਉਹਨਾਂ ਨੇ ਜਿਹੜੀ ਉੱਥੇ ਦੀ ਕਮੇਟੀ ਹੈ, ਐਨਰਜੀ ਕਮੇਟੀ ਆ, ਉਹ ਡੈਮੋਕ੍ਰੈਟਸ ਕੰਟਰੋਲ ਕਰਦੇ ਆ ਕਿਉਂਕਿ ਉਹਨਾਂ ਦੇ ਸੈਨੇਟ ਦੇ ਵਿੱਚ ਮੈਜੋਰਟੀ ਉਹਨਾਂ ਦੀ ਆ। ਉਹਦੇ ਚੇਅਰਮੈਨ ਨੇ ਹੁਣ ਆਉਣਾ ਅਲਬਰਟਾ ਨੂੰ। ਇਹ ਇੱਕ ਇਨਡਾਇਰੈਕਟ ਤਰੀਕਾ ਆ ਪ੍ਰੈਜ਼ੀਡੈਂਟ ਜੋ ਬਾਈਡਨ ਦਾ ਕਿ ਤੁਸੀਂ ਉੱਥੇ ਜਾਓ, ਰਿਪੋਰਟ ਪੋਜ਼ਿਟਿਵ ਦਿਓ, ਇਹ ਕਹਿਣ ਵੀ ਉੱਥੇ ਬੜਾ ਵਧੀਆ ਕੰਮ ਹੁੰਦਾ, ਅਸੀਂ ਐਵੇਂ ਭੁਲੇਖੇ ਸੀ, ਜੇ ਉਹ ਸੀ, ਇਸ ਆਇਲ ਦੇ ਨਾਲ ਸਾਡੀਆਂ ਬਹੁਤ ਲੋੜਾਂ ਪੂਰੀਆਂ ਹੋ ਜਾਣਗੀਆਂ। ਤੇ ਕਿਆਸ ਰਾਏ ਲਾ ਰਿਹਾ ਹੈ ਕਿ ਜੋ ਬਾਈਡਨ ਨੇ ਉਹਨੂੰ ਅਪਰੂਵਲ ਦੇਣੀ ਹੈ ਹੁਣ। ਪਰ ਉਹਨਾਂ ਦਾ ਕੱਲ ਇੱਕ ਸਪੋਕਸਮੈਨ ਨੂੰ ਸਵਾਲ ਪੁੱਛ ਲਿਆ ਕਿਸੇ ਪੱਤਰਕਾਰ ਨੇ ਕਿ ਤੁਸੀਂ ਹੁਣ ਇਹ ਤਾਂ ਨਹੀਂ ਕੰਮ ਕਰ ਰਹੇ ਅਪਰੂਵਲ ਦੇਣ ਲਈ, ਤੇ ਉਹਨੇ ਅਜੇ ਵੀ ਕਹਿਤਾ, ਕਹਿੰਦਾ ਨਹੀਂ ਅਸੀਂ ਅਪਰੂਵਲ ਅਜੇ ਨਹੀਂ ਦੇਣੀ। ਹੁਣ ਸਾਰਾ ਕੁਝ ਇਹ ਕਾਂਗਰਸ ਦੇ ਜ਼ਿੰਮੇ ਲਾ ਰਹੇ। ਕਾਂਗਰਸ ਦੇ ਵਿੱਚੋਂ ਆਵਾਜ਼ ਆਵੇ ਕਿ ਪ੍ਰੈਜ਼ੀਡੈਂਟ ਨੂੰ ਇਹ ਕਿਹਾ ਜਾਵੇ ਕਿ ਅਪਰੂਵਲ ਦਿਓ ਕੀਸਟੋਨ ਪਾਈਪਲਾਈਨ ਲਈ, ਤਾਂ ਕਿ ਸਾਡੇ ਜਿੰਨੀ ਵੀ ਆਇਲ ਦੀ ਪ੍ਰੋਡਕਸ਼ਨ ਆ, ਜਿੰਨੀ ਵੀ ਆਇਲ ਦੀ ਲੋੜ ਹੈ ਸਾਨੂੰ, ਉਹ ਸਾਡੇ ਕੈਨੇਡਾ ਦੇ ਵਿੱਚੋਂ ਆ ਸਕਦਾ। ਹੁਣ 8.5 ਲੱਖ ਬੈਰਲ ਬਹੁਤ ਉਹਨਾਂ ਦੀ ਜਿਹੜੇ ਸਟ੍ਰੈਟੇਜਿਕ ਰਿਜ਼ਰਵ ਤੋਂ ਕਰਦੇ ਆ ਉਹ ਹਰ ਰੋਜ਼ ਰਿਲੀਜ਼, ਉਹ ਨਹੀਂ, ਉਹ ਕਰਦੇ ਆ 1 ਮਿਲੀਅਨ। ਉਹਨਾਂ ਨੂੰ ਲੋੜ ਨਹੀਂ ਕਰਨ ਦੀ ਜੇ ਕੀਸਟੋਨ ਪਾਈਪਲਾਈਨ ਉੱਥੇ ਪੂਰੀ ਹੋ ਜਾਂਦੀ ਜੀ, ਕਿਉਂਕਿ ਫਿਰ ਇੱਥੋਂ ਤਾਂ ਤੁਸੀਂ ਜਿਵੇਂ ਦੱਸਿਆ ਹੀ ਆ ਕਿ ਕਾਫੀ ਜ਼ਿਆਦਾ ਪਰ ਡੇ ਉਹਨਾਂ ਦੇ 8.5 ਲੱਖ ਡਾਲਰ, 8.5 ਲੱਖ ਬੈਰਲ, ਇੱਕ ਬੈਰਲ ਦੇ ਵਿੱਚ 159 ਲੀਟਰ ਹੁੰਦੇ ਆ ਜੀ, ਬਹੁਤ ਜ਼ਿਆਦਾ ਆਇਲ ਹੈ। ਸੋ ਇਹ ਤਰੀਕਾ ਆ ਉਹਨਾਂ ਦਾ ਕਿ ਉਹਨੂੰ ਅਪਰੂਵਲ ਜਿਹੜੀ ਪ੍ਰੋਜੈਕਟ ਨੂੰ ਤੁਸੀਂ ਵਾਰ-ਵਾਰ ਖਤਮ ਕੀਤਾ। ਉਹਨਾਂ ਨੇ ਪਹਿਲਾਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਕੀਤਾ ਤੇ ਫਿਰ ਜੋ ਬਾਈਡਨ ਨੇ ਕੀਤਾ, ਤੇ ਹੁਣ ਉਹ ਬਹਾਨਾ ਲੱਭਦੇ ਆ ਕਿਸੇ ਤਰੀਕੇ ਦੇ ਨਾਲ। ਤੇ ਬਹਾਨਾ ਇਹੀ ਆ ਕਿ ਉਹ ਸੈਨੇਟਰ ਇੱਥੇ ਆਉਣ, ਚੰਗੀਆਂ ਰਿਪੋਰਟਸ ਦੇਣ ਤੇ ਜਾ ਕੇ ਕਾਂਗਰਸ ਦੇ ਵਿੱਚ ਕਾਂਗਰਸ ਵੱਲੋਂ ਪ੍ਰੈਸ਼ਰ ਪਾਇਆ ਜਾਵੇ ਵਾਈਟ ਹਾਊਸ ਤੇ ਕਿ ਤੁਸੀਂ ਉਹ ਦੁਬਾਰਾ ਅਪਰੂਵਲ ਦਿਓ।
ਸੋ ਕਿਆਸ ਰਾਈ ਇਹੀ ਆ ਕਿ ਹੁਣ ਮੰਨਣ ਲਈ ਤਿਆਰ ਆ ਜੀ। ਦੇਖੋ ਐਂਡ ਦੇ ਵਿੱਚ ਆ ਕੇ ਕੀ ਰਿਜ਼ਲਟ ਜਿਹੜਾ ਹੈਗਾ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੈਸੇ ਵੀ ਪਤਾ ਲੱਗ ਜਾਊਗਾ। ਪੰਜਾਬ ਵਿੱਚ ਕਹਿੰਦੇ ਨਾ ਖੋਤੀ ਮੁੜ ਕੇ ਬੋਰਡ ਦੇ ਥੱਲੇ। ਹਾਂਜੀ ਬਿਲਕੁਲ ਬਿਲਕੁਲ। ਡਾਕਟਰ ਸਾਹਿਬ ਰੁੱਖ ਕਰਦੇ ਅਗਲੀ ਖਬਰ ਵੱਲ। ਆਸਟਰੀਆ ਦੇ ਚਾਂਸਲਰ ਨੇ ਰਸ਼ੀਅਨ ਪ੍ਰੈਜ਼ੀਡੈਂਟ ਦੇ ਨਾਲ ਮੀਟਿੰਗ ਕੀਤੀ ਸੀ ਤੇ ਉਸ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਆਸਟਰੀਆ ਦੇ ਚਾਂਸਲਰ ਨੂੰ ਪੁੱਛਿਆ ਕਿ ਮੀਟਿੰਗ ਕਿੱਦਾਂ ਰਹੀ ਤਾਂ ਉਹਨਾਂ ਨੇ ਕਿਹਾ ਕਿ ਪੈਸਿਮਿਸਟਿਕ ਸੀ, ਕਾਫੀ ਜ਼ਿਆਦਾ ਨਿਰਾਸ਼ ਹੋਇਆ ਇਸ ਤੋਂ ਬਾਅਦ। ਇਸ ਖਬਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਯੂਰਪੀਅਨ ਯੂਨੀਅਨ ਦੇ ਵਿੱਚ ਹਜੇ ਇੱਕ ਇਲੈਕਸ਼ਨ ਹੋਈ ਆ ਫਰਾਂਸ ਦੇ ਵਿੱਚ, ਰਾਉਂਡ 1। ਹਾਂਜੀ। ਤਾਂ ਉਹਦੇ ਤੋਂ ਯੂਰਪੀਅਨ ਯੂਨੀਅਨ ਦੇ ਲੀਡਰਸ ਨੇ ਇਹ ਅੰਦਾਜ਼ਾ ਲਾ ਲਿਆ ਕਿ ਜੇ ਅਸੀਂ ਨਿਊਟਰਲ ਰੋਲ ਨਹੀਂ ਪਲੇ ਕਰਦੇ, ਦੋਹਾਂ ਦੇਸ਼ਾਂ ਨੂੰ ਇਹ ਨਹੀਂ ਕਹਿੰਦੇ ਕਿ ਭਾਈ ਤੁਸੀਂ ਸਮਝੌਤਾ ਕਰੋ, ਬੈਠੋ, ਜਿੱਦਾਂ ਅਸੀਂ ਜਸਟਿਨ ਟਰੂਡੋ ਵਾਂਗੂ ਪੀਪੀ ਲੈ ਕੇ ਨਾ ਫਿਰੀਏ ਕਿ ਅੱਗ ਲਾਈਏ ਇਹਨਾਂ ਦੇ, ਇਹ ਲੜਾਈ ਕਰੋ। ਸੋ ਆਸਟਰੀਆ ਦੇ ਚਾਂਸਲਰ ਜਿਹੜੇ ਆ ਉਹਨਾਂ ਨੇ ਵੀ ਇਹ ਡਿਪਲੋਮੈਟਿਕ ਮਿਸ਼ਨ ਲੈ ਕੇ ਆਏ। ਉਹ ਪਹਿਲਾਂ ਉਹ ਯੂਕਰੇਨ ਗਏ, ਉਸ ਤੋਂ ਬਾਅਦ ਉਹਨਾਂ ਨੇ ਪੁਟਿਨ ਨਾਲ ਗੱਲਬਾਤ ਕੀਤੀ ਹੈ। ਜਿਹੜੀਆਂ ਮੰਗਾਂ ਤੇ ਅਜੇ ਯੂਕਰੇਨ ਨਹੀਂ ਮੰਨ ਰਿਹਾ, ਉਹ ਗੱਲਾਂ ਉਹ ਕੋਸ਼ਿਸ਼ ਕੀਤੀ ਆਸਟਰੀਆ ਦੇ ਚਾਂਸਲਰ ਨੇ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਦੀ ਜਿਹੜੀ ਗੋਲਾਬਾਰੀ ਬੰਦ ਕੀਤੀ ਜਾਵੇ, ਲੜਾਈ ਬੰਦ ਕੀਤੀ ਜਾਵੇ। ਹੌਲੀ ਹੌਲੀ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੀਆਂ ਗੱਲਬਾਤ ਕਰਨੀ ਹੈ ਉਹ ਕਰੀ ਚੱਲੋ, ਹੋ ਸਕਦਾ ਅੱਜ ਨਹੀਂ ਸੋਲੂਸ਼ਨ ਕੱਲ੍ਹ ਨੂੰ ਹੋਵੇ, ਪਰਸੋਂ ਨੂੰ ਹੋਵੇ, ਚੌਥ ਨੂੰ ਹੋਵੇ, ਪਰ ਲੜਾਈ ਬੰਦ ਕਰੋ। ਇਹ ਮੈਸੇਜ ਜਿਹੜਾ ਯੂਰਪੀਅਨ ਲੋਕੀ ਡਿਲੀਵਰ ਕਰਨਾ ਚਾਹੁੰਦੇ। ਵੈਸੇ ਹੁਣ ਉਹਨਾਂ ਨੇ ਦੇਖ ਲਿਆ ਕਿ ਮੈਜੋਰਟੀ ਜਿਹੜੇ ਲੋਕੀ ਆ ਨਾ ਉਹ ਸੈਂਕਸ਼ਨ ਦੇ ਜਿੱਦਾਂ ਗੰਗ ਹੋ ਹੋਏ ਆ, ਜਿੱਦਾਂ ਜਸਟਿਨ ਟਰੂਡੋ ਗੰਗ ਹੋ ਕੇ ਫਿਰਦਾ ਨਾ, ਜਾ ਕੇ ਆਧਾਰਾ ਲੈ ਕੇ ਵੀ ਮਿੱਟੀ ਦਾ ਤੇਲ ਉੱਥੇ ਪਾਉਣ ਜਾਂਦਾ। ਉਹ ਜਿਹੜੇ ਯੂਰਪ ਦੇ ਲੋਕੀ ਆ ਉਹਨਾਂ ਦਾ ਨਜ਼ਰੀਆ ਕੁਝ ਹੋਰ ਹੋਇਆ ਕਿ ਜੇ ਲੜਾਈ ਇਹਨਾਂ ਦੀ ਖਤਮ ਹੋਵੇ, ਜਿਹੜੀਆਂ ਕੀਮਤਾਂ ਵੱਧ ਰਹੀਆਂ ਉਹ ਘਟਣ, ਦੂਸਰਾ ਜਿਹੜਾ ਆਇਲ ਤੇ ਗੈਸ ਦੀ ਸਪਲਾਈ ਸਾਨੂੰ ਆ ਉਹ ਪਹਿਲਾਂ ਵਾਂਗੂ ਰਿਜ਼ਿਊਮ ਹੋ ਜਾਵੇ। ਹਾਲਾਂਕਿ ਉਹਨਾਂ ਨੇ ਬਹੁਤੀ ਘੱਟ ਨਹੀਂ ਕੀਤੀ, ਪਰ ਫਿਰ ਵੀ ਉਹਨਾਂ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਜੇ ਗੈਸ ਘੱਟ ਹੋ ਗਈ, ਆਇਲ ਘੱਟ ਹੋ ਗਿਆ, ਇਹਦੇ ਨਾਲ ਕੀਮਤ ਤਾਂ ਸਾਨੂੰ ਹੀ ਅਦਾ ਕਰਨੀ ਪੈਣੀ ਜੀ। ਸੋ ਆਸਟਰੀਅਨ ਚਾਂਸਲਰ ਦਾ ਜਿਹੜਾ ਵਿਜ਼ਿਟ ਹੈ ਉਹ ਫ੍ਰੈਂਚ ਇਲੈਕਸ਼ਨ ਤੋਂ ਬਾਅਦ ਆਉਣੀ, ਤੇ ਇਹ ਇੱਕ ਗੱਲ ਕਲੀਅਰਲੀ ਉਹਨਾਂ ਨੇ ਦੱਸ ਦਿੱਤੀ ਹੈ ਕਿ ਜੇ ਉਹ ਕਿਸੇ ਦੇ ਹੱਕ ਦੇ ਵਿੱਚ ਆ, ਉਹ ਇਸ ਗੱਲ ਦੀ ਹੱਕ 'ਚ ਹੈ ਦੋਹਾਂ ਦੇਸ਼ਾਂ ਦੀ ਜਿਹੜੀ ਲੜਾਈ ਹੋ ਰਹੀ ਆ ਇਹਨੂੰ ਖਤਮ ਕੀਤਾ ਜਾਵੇ। ਜੀ ਬਿਲਕੁਲ। ਵੈਸੇ ਵੀ ਡਾਕਟਰ ਸਾਹਿਬ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਜਦੋਂ ਇਦਾਂ ਆਫੀਸ਼ੀਅਲਸ ਦੀ ਮੀਟਿੰਗ ਹੁੰਦੀ ਹੈ ਉਹਦੇ ਤੋਂ ਬਾਅਦ ਜੁਆਇੰਟ ਸਟੇਟਮੈਂਟਸ ਵੀ ਇਸ਼ੂ ਹੁੰਦੀਆਂ ਨੇ, ਹਨਾ। ਇਸ ਕੇਸ ਦੇ ਵਿੱਚ ਨਾ ਹੀ ਤਾਂ ਕੋਈ ਵੀਡੀਓ ਸਾਹਮਣੇ ਆਈ ਹੈ, ਨਾ ਕੋਈ ਫੋਟੋ ਸਾਹਮਣੇ ਆਏ, ਤੇ ਨਾ ਹੀ ਕੋਈ ਜੁਆਇੰਟ ਸਟੇਟਮੈਂਟ ਸਾਹਮਣੇ ਆਈ ਆ। ਤੇ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਉਹ ਚਾਹੁੰਦੇ ਸੀ ਇੱਕਦਮ ਸੀਜ਼ ਫਾਇਰ ਕਰਵਾਉਣੀ ਉਹਨਾਂ ਦੀ, ਉਹ ਸੀਜ਼ ਫਾਇਰ ਉਹਨਾਂ ਨੇ ਕੀਤੀ ਨਹੀਂ ਜੀ। ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਕਿ ਉਹ ਆਸਟਰੀਆ ਦੇ ਚਾਂਸਲਰ ਯੂਕਰੇਨ ਵਾਲਿਆਂ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਸੀ, ਤੇ ਹੁਣ ਤਾਂ ਜ਼ੈਲੈਂਸਕੀ ਵੀ ਕਹਿ ਰਹੇ ਨੇ ਕਿ ਉਹ ਨਾ ਹਰ ਸੰਭਵ ਕੋਸ਼ਿਸ਼ ਕਰਨੀ ਚਾਹੁੰਦੇ ਆ ਵੀ ਜਿਹੜੀ ਇਹ ਲੜਾਈ ਹੈਗੀ ਆ ਇਹ ਰੁਕ ਜਾਵੇ, ਪਰ ਉਹਨਾਂ ਨੂੰ ਕੁਝ ਸਿਕਿਉਰਿਟੀ ਚਾਹੀਦੀ ਆ ਵੈਸਟਰਨ ਕੰਟਰੀਜ਼ ਤੋਂ। ਇਸ ਕਰਕੇ ਉਹ ਕਹਿੰਦੇ ਕਿ ਉਹ ਆਪ ਚਾਹੁੰਦੇ ਆ ਕਿ ਜਿਹੜੀ ਲੜਾਈ ਹੈਗੀ ਆ ਬੰਦ ਹੋ ਜਾਵੇ, ਤੇ ਹਰ ਸੰਭਵ ਕੋਸ਼ਿਸ਼ ਵੀ ਕਰਨਗੇ ਉਹ। ਦੇਖੋ ਉਹਨਾਂ ਦੀ ਕੋਸ਼ਿਸ਼ ਜਿਹੜੀ ਯੂਕਰੇਨ ਦੀ, ਤਾਂ ਖਾਸ ਤੌਰ ਤੇ ਯੂਕਰੇਨ ਦੀ, ਜਿਨ੍ਹਾਂ ਦੇ ਰੋਜ਼ ਬੰਬ ਚੱਲ ਰਹੇ ਆ, ਜਿਨ੍ਹਾਂ ਦਾ ਰੋਜ਼ ਇਲਾਕਾ ਮੱਲਿਆ ਜਾ ਰਿਹਾ, ਉਹਨਾਂ ਦੀ ਤਾਂ ਕੋਸ਼ਿਸ਼ ਇਹੀ ਆ ਕਿ ਲੜਾਈ ਬੰਦ ਹੋਵੇ। ਹਾਂਜੀ। ਜਸਟਿਨ ਟਰੂਡੋ ਦੀ ਚਲੋ ਕੋਸ਼ਿਸ਼ ਆ ਕਿ ਲੜਾਈ ਨਾ ਹੀ ਬੰਦ ਹੋਵੇ, ਚੰਗੀ ਗੱਲ ਹੈ। ਜਿੰਨੀ ਦੇਰ ਬੈਠੇ ਆ ਇਹ ਤਾਂ ਅੱਗ ਲਾਉਣ ਹੀ ਜਾਂਦੇ ਉੱਥੇ। ਇਸ ਤਰੀਕੇ ਦੀ ਲੀਡਰਸ਼ਿਪ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਨਹੀਂ ਕਾਮਯਾਬ ਹੋ ਸਕਦੀ ਕਿ ਤੁਸੀਂ ਜਾ ਕੇ ਜੇ ਕਹੋ ਯੂਰਪੀਅਨ ਮੁਲਕਾਂ ਵਾਂਗ, ਆਸਟਰੀਆ ਵਾਂਗ, ਦੂਸਰੀ ਟਰਕੀ ਵਾਂਗ, ਇਹ ਕਹੋ ਕਿ ਤੁਸੀਂ ਲੜਾਈ ਬੰਦ ਕਰੋ, ਉਹਦੀ ਸੁਣਦੇ ਆ, ਕਮ ਸੇ ਕਮ ਯੂਰਪੀਅਨ ਯੂਨੀਅਨ ਦੇ ਲੋਕੀ ਸੁਣਦੇ ਆ। ਹਾਂਜੀ। ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਸੈਂਕਸ਼ਨ ਲਾਉਣ ਦਾ ਕੋਈ ਫਾਇਦਾ ਨਹੀਂ ਹੋਇਆ। ਸੈਂਕਸ਼ਨ ਲਾਉਣ ਦੇ ਨਾਲ ਉਹਨਾਂ ਦੀ ਲਾਈਫ ਜ਼ਿਆਦਾ ਖਰਾਬ ਹੋਈ ਹੈ। ਤੇ ਉਹ ਆਇਰਿਸ਼ ਪ੍ਰਾਈਮ ਮਿਨਿਸਟਰ, ਆਇਰਿਸ਼ ਇੱਕ ਮੈਂਬਰ ਆਫ ਪਾਰਲੀਮੈਂਟ ਨੇ
ਉਹਦੀ ਗੱਲ ਠੀਕ ਹੈ ਕਿ ਜੇ ਅਸੀਂ ਆਇਰਲੈਂਡ ਦੇ ਬਟਰ ਨੂੰ ਨਾ ਦੇਵਾਂਗੇ ਰਸ਼ੀਆ ਨੂੰ ਤਾਂ ਉਹਨਾਂ ਨਾਲ ਲੜਾਈ ਕਿੱਦਾਂ ਬੰਦ ਹੋ ਜੂਗੀ ਜੀ ਬਿਲਕੁਲ ਸੋ ਹਰ ਸੰਭਵ ਗੱਲ ਕਰਨੀ ਚਾਹੀਦੀ। ਉਹ ਜ਼ੈਲੈਂਸਕੀ ਨੇ ਵੀ ਇਹੀ ਗੱਲ ਕੀਤੀ ਹੈ ਕਿ ਸੋ ਲੌਂਗ ਸਾਨੂੰ ਸਿਕਿਉਰਿਟੀ ਹੋਵੇ ਨਾ ਕਿ ਕੱਲ ਨੂੰ ਇਦਾਂ ਨਾ ਹੋਵੇ ਅੱਜ ਸੀਜ਼ਫਾਇਰ ਹੋ ਜਾਵੇ ਤਾਂ ਕੱਲ ਨੂੰ ਰਸ਼ੀਆ ਵਾਲੇ ਫੇਰ ਹਮਲਾ ਕਰ ਦੇਣ। ਹਾਂਜੀ ਸੋ ਕੋਈ ਨਾ ਕੋਈ ਤਰੀਕਾ ਹੋਵੇ ਜਿਹਦੇ ਨਾਲ ਵੈਸਟਰਨ ਨੇਸ਼ਨਸ ਜਾਂ ਯੂਨਾਈਟਿਡ ਨੇਸ਼ਨਸ ਸਾਨੂੰ ਇਹ ਭਰੋਸਾ ਦਿਵਾਵੇ ਕਿ ਇਹ ਸਿਕਿਉਰਿਟੀ ਜਿਹੜੀ ਪਰਮਾਨੈਂਟ ਆ। ਹਾਂਜੀ ਸੋ ਪ੍ਰੈਜ਼ੀਡੈਂਟ ਜ਼ੈਲੈਂਸਕੀ ਦਾ ਇਹ ਜ਼ੋਰ ਪਾਇਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਰਸ਼ੀਆ ਤੋਂ ਬਿਨਾਂ ਇਹ ਸੰਭਵ ਨਹੀਂ ਹੈ। ਜੇ ਰਸ਼ੀਆ ਵਾਲੇ ਮੰਨਣ ਕਿ ਸੀਜ਼ਫਾਇਰ ਹੋ ਜਾਵੇ ਅਸੀਂ ਤਿਆਰ ਹਾਂ। ਉਹ ਵਾਰ-ਵਾਰ ਇਹੀ ਕਹਿੰਦੇ ਕਿ ਲੜਾਈ ਖਤਮ ਕਰੋ। ਹੁਣ ਹਾਂਜੀ ਪਹਿਲਾਂ ਸੀਗੇ ਗੰਗ ਹੋ ਥੋੜੇ ਜਿਹਾ ਵੀ ਅਸੀਂ ਨੇਟੋ ਦੇ ਮੈਂਬਰ ਬਣਨਾ, ਹੁਣ ਮੰਨ ਗਏ ਆ, ਗੋਡਿਆਂ ਭਾਰ ਹੋਏ ਪਏ ਆ ਕਿ ਲੜਾਈ ਬੰਦ ਕਰੋ ਔਰ ਸਾਨੂੰ ਥੋੜੀ ਜਿਹੀ ਸਿਕਿਉਰਿਟੀ ਦਿਓ ਇੰਨੀ ਕਿ ਮੁੜ ਕੇ ਰਸ਼ੀਆ ਵਾਲੇ ਸਾਡੇ ਤੇ ਹਮਲਾ ਨਾ ਕਰਨ। ਡਾਕਟਰ ਸਾਹਿਬ ਰੁਕ ਕਰਦੇ ਹਾਂ ਅਗਲੀ ਖਬਰ ਵੱਲ। ਯੂਐਸ ਨੇ ਕਿਹਾ ਕਿ ਜੇਕਰ ਭਾਰਤ ਰਸ਼ੀਆ ਤੋਂ ਆਇਲ ਇੰਪੋਰਟ ਕਰਦਾ ਤਾਂ ਇਹਦੇ ਨਾਲ ਸੈਂਕਸ਼ਨਸ ਦੀ ਕੋਈ ਉਲੰਘਣਾ ਨਹੀਂ। ਪਰ ਜਿਹੜੀ ਇਹ ਸਟੇਟਮੈਂਟ ਹੈਗੀ ਇਹਨਾਂ ਨੇ ਇੱਕ ਦਿਨ ਦੇ ਵਿੱਚ ਬਦਲ ਲਈ ਕਿਉਂਕਿ ਇਹਨਾਂ ਨੇ ਇੱਕ ਦਿਨ ਪਹਿਲਾਂ ਇਹ ਕਿਹਾ ਸੀਗਾ ਕਿ ਜੇਕਰ ਭਾਰਤ ਰਸ਼ੀਆ ਤੋਂ ਆਇਲ ਇੰਪੋਰਟ ਕਰਦਾ ਤਾਂ ਇਹ ਭਾਰਤ ਦੇ ਹਿੱਤ ਵਿੱਚ ਨਹੀਂ, ਭਾਰਤ ਨੂੰ ਨਹੀਂ ਕਰਨਾ ਚਾਹੀਦਾ। ਕੁਆਡ ਨੇਸ਼ਨਸ ਦੇ ਆਪਣੇ ਹਿੱਤ ਨੇ। ਕੁਆਡ ਨੇਸ਼ਨਸ ਦੇ ਵਿੱਚ ਯੂਐਸ, ਇੰਡੀਆ, ਜਾਪਾਨ ਤੇ ਆਸਟ੍ਰੇਲੀਆ ਆਉਂਦਾ ਹੈ ਔਰ ਉਹਨਾਂ ਸਾਰੇ ਦੇਸ਼ਾਂ ਦੇ ਆਪਣੇ ਹਿੱਤ ਨੇ ਚਾਈਨਾ ਦੇ ਖਿਲਾਫ ਲੜਨ ਲਈ। ਹੁਣ ਇੰਡੀਆ ਦਾ ਬਾਰਡਰ ਡਿਸਪਿਊਟ ਚੱਲਦਾ ਇੰਡੀਆ ਚਾਈਨਾ ਨਾਲ। ਹਾਂਜੀ ਵੈਸੇ ਅਸੀਂ ਮਤਲਬ ਕੋਈ ਆਈਡੀਓਲੋਜੀਕਲ ਰੀਜ਼ਨ ਨਹੀਂ ਹੈ ਵੀ ਚਾਈਨਾ ਦੇ ਖਿਲਾਫ ਲੜ ਰਹੇ ਆ ਇੰਡੀਆ ਵਾਲੇ। ਇਹ ਇੱਕ ਬਾਰਡਰ ਡਿਸਪਿਊਟ ਆ ਔਰ ਵੱਡੀ ਡਿਸਪਿਊਟ ਆ ਕਿਉਂਕਿ ਬ੍ਰਿਟਿਸ਼ ਨੇ ਜਿਹੜੀ ਮੈਕਮੋਹਨ ਲਾਈਨ ਲਾਈ ਸੀ ਉਹਨੂੰ ਇੰਡੀਆ ਵਾਲਿਆਂ ਨੇ ਐਕਸੈਪਟ ਕਰ ਲਿਆ ਸੀ ਪਰ ਚਾਈਨਾ ਨੇ ਐਕਸੈਪਟ ਨਹੀਂ ਸੀ ਕੀਤਾ। ਫਿਰ ਜਿਹੜਾ ਜਾਪਾਨ ਵਾਲੇ ਹਮੇਸ਼ਾ ਹੀ ਚਾਈਨਾ ਦੇ ਨਾਲ ਲੜਦੇ ਰਹੇ ਆ। ਵਰਲਡ ਵਾਰ 2 ਚ ਉਹਨਾਂ ਦਾ ਕਾਫੀ ਘਾਣ ਕੀਤਾ। ਹੁਣ ਡਰਦੇ ਵੀ ਆ ਉਹ ਥੋੜੇ ਜਿਹਾ ਕਿ ਚਾਈਨਾ ਤਕੜਾ ਹੋ ਗਿਆ ਸ਼ਾਇਦ ਸਾਡੇ ਖਿਲਾਫ ਕੋਈ ਕਾਰਵਾਈ ਕਰੇ। ਆਸਟ੍ਰੇਲੀਆ ਵਾਲਿਆਂ ਨੂੰ ਲੱਗਦਾ ਕਿ ਅਸੀਂ ਇੱਕ ਹੈਗੇ ਆ ਨੇਸ਼ਨ ਜਿਹੜੀ ਟ੍ਰੇਡਿੰਗ ਨੇਸ਼ਨ ਆ ਤੇ ਜੇ ਚਾਈਨਾ ਦਾ ਇੱਥੇ ਦਬਦਬਾ ਚੱਲਾ ਤਾਂ ਸਾਡਾ ਟ੍ਰੇਡ ਬੰਦ ਕਰ ਦੇਣਗੇ। ਔਰ ਦੂਸਰਾ ਆਸਟ੍ਰੇਲੀਆ ਵਾਲਿਆਂ ਦੇ ਹਮੇਸ਼ਾ ਭੁਲੇਖਾ ਹੁੰਦਾ ਸੀ ਦਿਮਾਗ ਦੇ ਵਿੱਚ ਕਿ ਅਸੀਂ ਯੂਰਪੀਅਨ ਨੇਸ਼ਨ ਹੈ। ਹਾਂਜੀ ਪਰ ਹੁਣ ਪਤਾ ਲੱਗਾ ਕਿ ਮੈਪ ਤਾਂ ਸਾਡਾ ਏਸ਼ੀਆ ਦੇ ਵਿੱਚ ਆ ਤੇ ਏਸ਼ੀਆ ਦੇ ਵਿੱਚ ਜੇ ਦਾਣਾ ਪਾਣੀ ਬੰਦ ਕਰਤਾ ਚਾਈਨਾ ਨੇ ਤਾਂ ਆਸਟ੍ਰੇਲੀਆ ਨੂੰ ਬਹੁਤ ਖਤਰਾ ਹੈ। ਪਰ ਨਾਲ ਦੀ ਨਾਲ ਹੁਣ ਯੂਐਸ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਲ ਕੱਲ੍ਹ ਗੱਲ ਕੀਤੀ। ਹਾਲੇ ਪਹਿਲਾਂ ਉਹਨਾਂ ਨੇ ਗੱਲਬਾਤ ਤੋਂ ਬਾਅਦ ਇਹੀ ਕਿਹਾ ਸੀ ਵਾਈਟ ਹਾਊਸ ਦੇ ਸਪੋਕਸਮੈਨ ਨੇ ਕਿ ਇਹ ਗੱਲ ਇੰਡੀਆ ਦੇ ਹਿੱਤ 'ਚ ਨਹੀਂ ਕਿ ਉੱਥੋਂ ਸਸਤਾ ਤੇਲ ਲੈ ਰਹੇ ਆ। ਹਾਂਜੀ ਹੁਣ ਇੰਡੀਆ ਨੇ ਦੱਸ ਦਿੱਤਾ ਕਿ ਭਾਈ ਦੇਖੋ ਜਿਹੜੇ ਅਸੀਂ ਚਾਈਨਾ ਦੇ ਖਿਲਾਫ ਲੜ ਰਹੇ ਹਾਂ, ਚਾਈਨਾ ਦੇ ਖਿਲਾਫ ਅਸੀਂ ਕੋਆਰਡੀਨੇਸ਼ਨ ਦੇ ਮੈਂਬਰ ਹਾਂ, ਉਹ ਸਾਡੇ ਹਿੱਤ ਦੇ ਵਿੱਚ ਹੈ। ਹਰ ਇੱਕ ਨੇਸ਼ਨ ਜਿੱਦਾਂ ਯੂਐਸ ਵਾਲੇ ਤੋਂ ਤੁਸੀਂ ਆਪਣਾ ਨੈਸ਼ਨਲ ਇੰਟਰਸਟ ਦੇਖਦੇ ਆ, ਇੰਡੀਆ ਨੇ ਵੀ ਆਪਣਾ ਨੈਸ਼ਨਲ ਇੰਟਰਸਟ ਦੇਖਣਾ ਹੈ। ਜੇ ਸਾਡੀ ਨੇਸ਼ਨ ਦਾ ਇੰਟਰਸਟ ਇਹ ਹੈ ਕਿ ਇਸ ਵੇਲੇ ਥੋੜਾ ਜਿਹਾ ਸਸਤਾ ਆਇਲ ਮਿਲਦਾ ਹੈ ਤੇ ਉਹ ਲੈਣਾ ਚਾਹੀਦਾ ਸਾਨੂੰ। ਹਾਂਜੀ ਇਹਦੇ ਵਿੱਚ ਸੈਂਕਸ਼ਨ ਦੀ ਕਿਹੜੀ ਗੱਲ ਹੈ? ਤੁਸੀਂ ਵੀ ਤਾਂ ਲੈ ਰਹੇ ਆ ਚੀਜ਼ਾਂ। ਤੁਹਾਨੂੰ ਜੇ ਫਰਟੀਲਾਈਜ਼ਰ ਚਾਹੀਦੇ ਸੀ ਤਾਂ ਉਦੋਂ ਹੀ ਤੁਸੀਂ ਪਾਬੰਦੀ ਬੰਦ ਕਰਤੀ। ਜਿਹੜੀਆਂ ਚੀਜ਼ਾਂ ਚਾਹੀਦੀਆਂ ਆ ਯੂਐਸ ਨੂੰ ਜਾਂ ਯੂਰਪੀਅਨ ਯੂਨੀਅਨ ਨੂੰ ਇਹ ਲੈ ਰਹੇ ਆ। ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਆਪਣਾ ਨੈਸ਼ਨਲ ਹਿੱਤ ਦੇਖ ਕੇ ਉਹ ਲੈ ਰਹੇ ਆ। ਤੇ ਇੰਡੀਆ ਦਾ ਨੈਸ਼ਨਲ ਹਿੱਤ ਇਹ ਆ ਇਸ ਵੇਲੇ ਕਿ ਉਹ ਸਸਤਾ ਤੇਲ ਰਸ਼ੀਆ ਦੇ ਕੋਲੋਂ ਲੈਣਗੇ। ਪਰ ਉਹ ਕਹਿੰਦੇ ਕਿ ਨਾਲ ਦੀ ਨਾਲ ਜਿਹੜੀ ਸਾਡੀ ਕਮਿਟਮੈਂਟ ਹੈ ਕਿ ਅਸੀਂ ਚਾਈਨਾ ਦੇ ਖਿਲਾਫ ਲੜਨਾ, ਉਹ ਸਾਡਾ ਨੈਸ਼ਨਲ ਇੰਟਰਸਟ ਵੀ ਆ ਤਾਂ ਉਹ ਕਮਿਟਮੈਂਟ ਉੱਥੇ ਹੀ ਆ। ਤੇ ਉਸ ਤੋਂ ਬਾਅਦ ਯੂਐਸ ਨੇ ਰੀਅਲਾਈਜ਼ ਕੀਤਾ ਵਾਈਟ ਹਾਊਸ ਨੇ ਕਿ ਇਹ ਗੱਲ ਤਾਂ ਇਹਨਾਂ ਦੀ ਠੀਕ ਹੈ ਕਿ ਜਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਸੀ ਅਸੀਂ ਉਹਨਾਂ ਤੇ ਸੈਂਕਸ਼ਨ ਬੰਦ ਕਰਤੇ ਤੇ ਅਸੀਂ ਦੂਸਰਿਆਂ ਨੂੰ ਲੈਕਚਰ ਦੇਣ ਦਾ
ਇਸ ਤਰ੍ਹਾਂ ਤਰੀਕੇ ਨਾਲ ਜੇ ਅਸੀਂ ਇਹਨਾਂ ਨੂੰ ਪੁਸ਼ ਕਰਾਂਗੇ ਤਾਂ ਉਹ ਫਿਰ ਨੰਗੇ ਚਿੱਟੇ ਸਾਹਮਣੇ ਆ ਜਾਣਗੇ ਕਿ ਭਾਈ ਅਸੀਂ ਤਾਂ ਲੈ ਰਹੇ ਹਾਂ, ਕੀ ਕਰੋਗੇ ਤੁਸੀਂ। ਹਾਂਜੀ, ਜਿੱਦਾਂ ਹੁਣ ਚਾਈਨਾ ਵਾਲੇ ਵੀ ਤਾਂ ਰਸ਼ੀਆ ਦੇ ਨਾਲ ਚਲੇ ਹੀ ਗਏ ਜੀ। ਇਹਨਾਂ ਨੇ ਉਹਨਾਂ ਨੂੰ ਪੁਸ਼ ਹੀ ਕਰ ਦਿੱਤਾ। ਜੇ ਪੁਸ਼ ਨਾ ਕਰਦੇ ਤਾਂ ਉਹ ਸ਼ਾਇਦ ਇਸ ਹੱਦ ਤਾਈਂ ਉਹਨਾਂ ਦੇ ਨਾਲ ਨਾ ਜਾਂਦੇ। ਜੀ। ਇਹਨਾਂ ਨੇ ਕਹਿਤਾ ਵੀ ਜਾਂ ਤੁਸੀਂ ਸਾਡੇ ਨਾਲ ਆ ਜਾਂ ਉਹਨਾਂ ਦੇ ਨਾਲ ਆ। ਇਹ ਉਹਨਾਂ ਨੂੰ ਜ਼ੋਰ ਪਾਉਂਦੇ ਕਿ ਤੁਸੀਂ ਨਿਊਟਰਲ ਰਹੋ ਬਸ। ਤੇ ਇੱਕ 24 ਘੰਟਿਆਂ ਦੇ ਵਿੱਚ ਇਹਨਾਂ ਨੇ ਫੋਰਨ ਪਾਲਿਸੀ ਚੇਂਜ ਕੀਤੀ। ਅੱਜ ਜਿਹੜੀ ਸਟੇਟਮੈਂਟ ਆ ਕਿ ਕੋਈ ਗੱਲ ਨਹੀਂ, ਉਹ ਜੇ ਤੁਸੀਂ ਆਇਲ ਲੈਣੇ ਤਾਂ ਸਾਨੂੰ ਕੋਈ objection ਨਹੀਂ ਹੈ, ਇਹ ਸੈਂਕਸ਼ਨਸ ਦੀ ਕੋਈ ਉਲੰਘਣਾ ਨਹੀਂ। ਹਾਂਜੀ, ਬਿਕਾਜ਼ ਉਹ ਇੱਕ ਦਿਨ ਦੇ ਵਿੱਚ ਹੀ ਸਾਰਾ ਕੁਝ ਉਹਨਾਂ ਨੇ ਚੇਂਜ ਕਰ ਦਿੱਤਾ। ਫਿਰ ਉਹਨਾਂ ਨੇ ਰੀਅਲਾਈਜ਼ ਜਦੋਂ ਕੀਤਾ ਤੇ ਕਈ ਵਾਰੀ ਕਹਿੰਦੇ ਹੁੰਦੇ ਨਾ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਵੀ ਤੱਤੇ ਘਾਹ ਗੱਲ ਕਰ ਜਾਂਦੇ ਆ। ਹਾਂਜੀ, ਤੱਤੇ ਘਾਹ ਜਿੱਦਾਂ ਜ਼ੈਲੈਂਸਕੀ ਆ, ਜਿੱਦਣ ਹੀ ਕੋਈ ਬੰਬ ਸਿੱਟ ਜਾਂਦੇ ਆ ਰਸ਼ੀਆ ਵਾਲੇ ਵੱਡੇ ਸ਼ਹਿਰ ਤੇ, ਉਦਣ ਹੀ ਉਹ ਤੱਤੇ ਘਾਹ ਕੁਝ ਕਹਿੰਦੇ ਆ। ਫਿਰ ਉਹਨੂੰ ਯਾਦ ਆਉਂਦਾ ਵੀ ਪੈਸੇ ਤਾਂ ਇਹੀ ਦੇ ਰਹੇ ਆ US ਵਾਲੇ, ਕੈਨੇਡਾ ਵਾਲੇ, ਯੂਰਪੀਅਨ ਯੂਨੀਅਨ ਵਾਲੇ, ਤੇ ਇੰਨੀ ਜ਼ੋਰ ਨਾਲ ਇਹਨਾਂ ਦੀ ਆਲੋਚਨਾ ਨਾ ਕੀਤੀ ਜਾਵੇ, ਪਰ ਕਰ ਜਾਂਦੇ ਹੋ। ਹਾਂਜੀ, ਕਿਉਂਕਿ ਉਹਨਾਂ ਨੂੰ ਯਕੀਨ ਬਹੁਤ ਸੀਗਾ ਨਾ ਪਹਿਲਾਂ ਲੜਾਈ ਤੋਂ ਪਹਿਲਾਂ ਕਿ ਵੈਸਟ ਉਹਨਾਂ ਦੀ ਬੈਕ ਤੇ ਖੜਾ। ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਉਹਨਾਂ ਦੇ ਕਹੇ ਤੇ ਕਹਿ ਲਓ ਕਿ ਮੰਗਾਂ ਨਹੀਂ ਪੂਰੀਆਂ ਕੀਤੀਆਂ, ਹਥਿਆਰ ਨਹੀਂ ਭੇਜੇ, ਜੋ ਵੀ ਉਹਨਾਂ ਦੀ ਹੋਰ ਮੰਗਾਂ ਸੀ, ਤਾਂ ਫਿਰ ਉਸ ਤੋਂ ਬਾਅਦ ਉਹਨਾਂ ਦੇ ਸਾਹਮਣੇ ਸਾਰੀ ਜਿਹੜੀ ਹੈਗੀ ਆ ਪਿਕਚਰ ਆ ਗਈ ਤੇ ਫਿਰ ਉਹ ਉਸ ਹਿਸਾਬ ਦੇ ਨਾਲ ਆਪਣੀ ਸਟੇਟਮੈਂਟ ਨੂੰ ਚੇਂਜ ਕਰ ਲੈਂਦੇ ਆ। ਡਾਕਟਰ ਸਾਹਿਬ, ਵੈਸੇ ਜੇ ਆਪਾਂ ਗੱਲ ਕਰਦੇ ਹਾਂ ਹੁਣ ਇਮਰਾਨ ਖਾਨ ਸਾਹਿਬ ਦੀ, ਪਾਕਿਸਤਾਨੀ ਜਿਹੜਾ ਮੀਡੀਆ ਨਾ ਉਹਦੇ ਵਿੱਚ ਇੱਕ ਗੱਲ ਚੱਲ ਰਹੀ ਹੈ ਕਿ ਇਮਰਾਨ ਖਾਨ ਨੇ ਡਿਪਲੋਮੇਸੀ ਨੂੰ ਕਾਫੀ ਜ਼ਿਆਦਾ ਹਰਟ ਕੀਤਾ ਸੀ, ਇਸ ਕਰਕੇ ਜਿਹੜਾ ਪਾਕਿਸਤਾਨੀ ਮੀਡੀਆ ਖੁਸ਼ ਆ ਇਮਰਾਨ ਖਾਨ ਦੇ ਜਾਣ ਤੋਂ। ਉਹ ਇਸ ਕਰਕੇ ਕਿ ਜਦ ਤੁਸੀਂ ਸ਼ਰੇਆਮ ਕਹਿ ਰਹੇ ਕਿ ਇੱਕ ਦੇਸ਼, ਔਰ ਉਹ ਵੀ ਝੂਠ ਬੋਲ ਕੇ ਕਿ ਉਹਨੇ ਲੈਟਰ ਲਿਖੀ ਹੈ, ਉਹਨਾਂ ਨੇ ਕੁਝ ਕਿਹਾ ਹੋਣਾ। ਚਲੋ US ਵਾਲੇ ਇੰਡੀਆ ਤੇ ਵੀ ਬਹੁਤੇ ਖੁਸ਼ ਨਹੀਂ ਹਨ। ਹਾਂਜੀ, ਉਹਨਾਂ ਨਾਲ ਵੀ ਪ੍ਰੈਸ਼ਰ ਪਾਉਂਦੇ ਆ। ਜਿੱਦਾਂ ਸਟੇਟਮੈਂਟ ਅਸੀਂ ਗੱਲ ਕੀਤੀ ਹੈ, ਕੱਲ ਹੋਰ ਕਹਿੰਦੇ ਸੀ, ਅੱਜ ਹੋਰ ਕਹਿੰਦੇ ਆ। ਹਾਂਜੀ, ਕੋਸ਼ਿਸ਼ ਤਾਂ ਹਰ ਨੇਸ਼ਨ ਜਿਹੜੀ ਸੁਪਰ ਪਾਵਰ ਹੈ ਖਾਸ ਤੌਰ ਤੇ ਉਹ ਕਰਦੀ ਹੈ ਕਿ ਸਾਡੇ ਵੱਲ ਆਉਣ। ਸੋ ਇਮਰਾਨ ਖਾਨ ਨੇ ਇਹ ਕਹਿਣਾ ਸ਼ਰੇਆਮ ਕਿ US ਵਾਲੇ ਪ੍ਰੈਸ਼ਰ ਪਾ ਰਹੇ ਆ, ਵੋਟ ਆਫ ਕੌਨਫੀਡੈਂਸ, ਸਰਕਾਰ ਤਾਂ ਤੁਹਾਡੀ ਗਿਰ ਰਹੀ ਆ, ਤਾਂ ਤੁਸੀਂ ਇਹਦੇ ਵਿੱਚ US ਨੂੰ ਘਸੀੜ ਰਹੇ ਆ, ਉਹਨਾਂ ਦੇ ਡਿਪਲੋਮੈਟਸ ਨੂੰ ਘਸੀੜ ਰਹੇ ਆ। ਇਹਦੇ ਨਾਲ ਉਹ ਮੀਡੀਆ ਦੇ ਵਿੱਚ ਉੱਥੇ ਗੱਲ ਤੁਰੀ ਹੈ ਕਿ ਇਹਦੇ ਨਾਲ ਜਿਹੜੀ ਡਿਪਲੋਮੇਸੀ ਸਾਡੀ ਆ ਉਹ ਹਰਟ ਹੋਈ ਆ, ਉਹਦੇ ਤੇ ਨੁਕਸਾਨ ਹੁੰਦਾ ਸਾਨੂੰ। ਫਿਰ ਕੱਲ ਨੂੰ ਸਾਡੇ ਨਾਲ ਕੌਣ ਗੁਪਤ ਵਿਚਾਰਾਂ ਕਰੂਗਾ, ਕਿਉਂਕਿ ਡਿਪਲੋਮੇਸੀ ਤਾਂ ਬਹੁਤ ਗੱਲਾਂ ਗੁਪਤ ਕਰਦੇ ਆ। ਹਾਂਜੀ, ਜੇ ਤੁਸੀਂ ਉਹਨਾਂ ਨੂੰ ਪਬਲਿਕ, ਤੁਸੀਂ ਇੰਡੀਆ ਨੂੰ ਕਿਹੜਾ ਨਹੀਂ ਕਹਿੰਦੇ ਹੋਣੇ, ਉਹਨਾਂ ਨੂੰ ਵੀ ਕਹਿੰਦੇ ਹੋਣੇ। ਹਾਂਜੀ, ਤੁਸੀਂ ਕਦੇ ਨਹੀਂ ਦੇਖਦੇ ਉਹ ਵਿਚਾਰ ਕਰਦੇ ਪਾਰਲੀਮੈਂਟ ਦੇ ਵਿੱਚ, ਕਦੇ ਨਹੀਂ ਬਿਆਨ ਦਿੰਦੇ। ਉਹ ਇਸ ਕਰਕੇ ਨਹੀਂ ਦਿੰਦੇ ਕਿ ਅਸੀਂ ਜਿਹੜੀਆਂ ਡਿਪਲੋਮੈਟਿਕ ਗੱਲਾਂ ਕਰਨੀਆਂ ਨੇ, ਗੁਪਤ ਗੱਲਾਂ ਕਰਨੀਆਂ ਨੇ, ਉਹ ਤਾਂ ਹੈਗੀਆਂ, ਅਸਲੀ ਗੱਲਾਂ ਤਾਂ ਉਹੀ ਆ, ਵੈਸੇ ਰੱਖੀਆਂ ਗੁਪਤ ਹੀ ਜਾ ਸਕਦੀਆਂ। ਡਿਪਲੋਮੈਸੀ ਉਹ ਚੀਜ਼ ਹੀ ਨਹੀਂ ਹੁੰਦੀ। ਜਿੱਦਾਂ ਹੁਣ ਇੱਥੇ ਇੱਕ ਵਾਰੀ ਗੋਰਡਨ ਕੈਂਪਬਲ ਕਹਿੰਦਾ ਸੀ ਕਿ ਓਪਨ ਪਬਲਿਕ ਮੀਟਿੰਗ ਕੀਤੀਆਂ ਜਾਣਗੀਆਂ ਐਗਜ਼ੈਕਟਿਵ ਦੀਆਂ, ਜਿਹੜੀਆਂ ਕੈਬਨਿਟ ਦੀਆਂ। ਅੱਛਾ, ਉਦੋਂ ਬਾਅਦ ਰੀਅਲਾਈਜ਼ ਕੀਤਾ ਵੀ ਕੈਬਨਿਟ ਦੀ ਨੇ ਤਾਂ ਬਹੁਤ ਕੁਝ ਡਿਸਕਸ ਕਰਨਾ ਹੁੰਦਾ। ਹਾਂਜੀ, ਇਹ ਤੁਸੀਂ ਓਪਨ ਨਹੀਂ ਕਰ ਸਕਦੇ ਕਦੇ ਵੀ। ਹੁਣ ਕੈਨੇਡਾ ਦੀ ਜੇ ਕੈਬਨਿਟ ਮੀਟਿੰਗ ਹੋਵੇ, ਉਹਨਾਂ ਨੇ ਓਪਨ ਕਰਨੀ ਹੋਵੇ ਤਾਂ ਓਪਨ ਦੇ ਵਿੱਚ ਇਹ ਗੱਲਾਂ ਕਰਨ ਕਿ ਜੋ ਬਾਈਡਨ ਤਾਂ ਸਾਡੇ ਨਾਲ ਆਹ ਕਰਦਾ ਹੈ, ਆਹ ਕਰਦਾ ਹੈ। ਹੋ ਸਕਦਾ ਉਹ ਕਰਦੇ ਵੀ ਹੋਣਗੇ, ਪਰ ਉਹ ਕਮ ਸੇ ਕਮ ਜੇ ਤੁਸੀਂ ਸੀਕ੍ਰੇਟ ਗੱਲ ਕਰੋਗੇ, ਗੁਪਤ ਗੱਲ ਕਰੋਗੇ, ਉਹਨਾਂ ਪਤਾ ਲੱਗੂ। ਉਹ ਤਾਂ ਬੈਠੇ ਇਹ ਵੀ ਕਰਦੇ ਹੋਣੇ, ਜਿਸਮ ਕੀ ਕਰਨ ਲੱਗਾ ਹੈ, ਕਿਊਬੈਕ ਵਾਲੇ ਕੀ ਕਰਨ ਲੱਗੇ ਆ, ਨੋਵਾ ਸਕੋਸ਼ੀਆ ਵਾਲੇ ਕੀ ਕਰਨ ਲੱਗੇ ਆ। ਇਹ ਗੁਪਤ ਗੱਲਾਂ ਰਹਿਣਗੀਆਂ ਤਾਂ ਉਹਨਾਂ ਦੇ ਕੋਲ ਬਚੇ ਰਹਿਣਗੇ। ਜੇ ਉਹ ਪਬਲਿਕ ਹੋ ਜਾਂਦੀਆਂ ਆ, ਜਿੱਦਾਂ ਇਮਰਾਨ ਖਾਨ ਨੇ ਗੱਲ ਕੀਤੀ ਆ, ਇਹ ਪਬਲਿਕ ਡਿਪਲੋਮੇਸੀ ਨੂੰ ਉਹਨਾਂ ਨੇ ਪਬਲਿਕ ਕੀਤਾ। ਹਾਂਜੀ, ਇਹ ਸਭ ਤੋਂ ਵੱਡੀ ਖਤਰਨਾਕ ਗੱਲ ਹੈ। ਔਰ ਉਹ ਪਬਲਿਕ ਦੇ ਵਿੱਚ ਉਹਨੂੰ ਬਾਅਦ ਦੇ ਵਿੱਚ ਉਹਨਾਂ ਨੂੰ ਯਾਦ ਆਇਆ, ਕਿਉਂਕਿ ਕ੍ਰਿਕਟ ਜ਼ਿਆਦਾ ਖੇਡੀ ਹੈ, ਪੋਲਿਟਿਕਸ ਘੱਟ ਕੀਤੀ ਹੈ। ਬਾਅਦ 'ਚ ਯਾਦ ਆਇਆ ਕਿ ਇੱਕ ਪਾਸੇ ਤਾਂ ਡਿਪਲੋਮੇਸੀ ਖਰਾਬ ਕਰ ਰਿਹਾ ਮੈਂ, ਦੂਸਰੇ ਪਾਸੇ ਜਿਹੜੀ ਸਹੁੰ ਚੁੱਕੀ ਆ ਉਹ ਵੀ ਖਰਾਬ ਹੋ ਰਹੀ। ਹਾਂਜੀ,
ਸਹੁੰ ਦਾ ਮਤਲਬ ਹੈ ਕਿ ਤੁਸੀਂ ਕੁਰਾਨ ਹੱਥ ਦੇ ਵਿੱਚ ਫੜ ਕੇ ਕਿਹਾ ਕਿ ਜੋ ਕੁਝ ਵੀ ਮੈਨੂੰ ਮੇਰੇ ਇਨਫੋਰਮੇਸ਼ਨ ਮਿਲੂਗੀ ਮੇਰੇ ਦਫ਼ਤਰ ਦੇ ਵਿੱਚ ਉਹ ਮੈਂ ਆਪਣੇ ਕੋਲ ਹੀ ਰੱਖੂੰਗਾ। ਇਸੇ ਕਰਕੇ ਬਹੁਤ ਬੰਦੇ ਆ ਜਿਹੜੇ ਮਰ ਜਾਂਦੇ ਆ, ਜਿਹੜੇ ਕਦੇ ਲਿਖਦੇ ਨਹੀਂ, ਜਿਹੜੇ ਕਦੇ ਦੱਸਦੇ ਨਹੀਂ ਕਿ ਕੀ ਹੋਇਆ ਸੀ, ਕੀ ਉਸ ਮੀਟਿੰਗ ਦੇ ਵਿੱਚ ਹੋਇਆ ਸੀ। ਮੈਂ ਇੱਕ ਫੋਰਨ ਮਿਨਿਸਟਰ ਸਾਡੇ ਪਿੰਡ ਦੇ ਹੁੰਦੇ ਸੀ ਔਰ ਮੈਂ ਉਹਨਾਂ ਨੂੰ ਪੁੱਛਦਾ ਸੀ ਕਿ ਸ਼ਿਮਲਾ ਸਮਝੌਤਾ ਜਦੋਂ ਹੋਇਆ ਪਾਕਿਸਤਾਨ ਤਾਂ ਇੰਡੀਆ ਦਾ ਇੱਥੇ 1971 ਦੀ ਲੜਾਈ ਤੋਂ ਬਾਅਦ, ਤੇ ਉਹਦੇ ਵਿੱਚ ਕੁਝ ਗੱਲਾਂ ਤੇ ਸ਼ੰਕੇ ਪ੍ਰਗਟ ਕਰ ਰਹੇ ਆ ਲੋਕੀ ਬਾਹਰ ਬੈਠੇ। ਤੁਸੀਂ ਉੱਥੇ ਬੈਠੇ ਸੀ ਤੇ ਉਹ 'ਚ ਕੀ ਗੱਲਬਾਤ ਹੋਈ ਸੀ? ਉਹ ਕਹਿੰਦੇ ਮੈਂ ਦੱਸ ਨਹੀਂ ਸਕਦਾ। ਰਿਟਾਇਰਡ ਹੋਏ ਸੀ ਉਹ, ਪਰ ਉਹ ਇਸ ਕਰਕੇ ਨਹੀਂ ਦੱਸ ਸਕਦੇ ਸੀ ਕਿ ਉਹਨਾਂ ਨੇ ਸਹੁੰ ਚੁੱਕੀ ਸੀ ਫੋਰਨ ਮਿਨਿਸਟਰ ਦੇ ਤੌਰ ਤੇ ਕਿ ਜੋ ਕੁਝ ਵੀ ਕਰਾਂਗੇ ਅਸੀਂ ਡਿਪਲੋਮੈਟਿਕਲੀ, ਤੇ ਉਹ ਮੈਂ ਕਦੇ ਕਿਸੇ ਨੂੰ ਆਪਣੇ ਆਪ ਤੋਂ ਬਿਨਾਂ ਕਿਸੇ ਨੂੰ ਨਹੀਂ ਦੱਸੂਗਾ। ਘਰ ਵੀ ਉਹ ਕਦੇ ਮੇਰਾ ਖਿਆਲ ਗੱਲ ਨਹੀਂ ਕਰਦੇ ਹੋਣੇ, ਕਿਉਂਕਿ ਇਹ ਸਹੁੰ ਚੱਕਣ ਦਾ ਮਤਲਬ ਹੈ ਕੋਈ ਨਾ ਕੋਈ। ਹਾਂਜੀ। ਸੋ ਇਹ ਇਮਰਾਨ ਖਾਨ ਹੁਣੀ ਇਹ ਖਤਰੇ ਦੇ ਵਿੱਚ ਦੋ ਗੱਲਾਂ ਪਾਈਆਂ। ਇੱਕ ਤਾਂ ਸਹੁੰ ਚੱਕਣ ਦਾ ਮਤਲਬ ਕੀ ਹੈ, ਦੂਸਰਾ ਇਹ ਹੈ ਵੀ ਡਿਪਲੋਮੈਟਿਕ ਗੱਲਾਂ ਬਹੁਤ ਹੁੰਦੀਆਂ। ਡਿਪਲੋਮੈਟਸ ਨੇ ਤਾਂ ਪਤਾ ਨਹੀਂ ਤੁਹਾਨੂੰ ਕੀ ਕਿਹਾ ਹੋਣਾ ਵੀ ਤਾਲਿਬਾਨ ਆਉਣ ਲੱਗੀ ਆ, ਇਹਨਾਂ ਨੂੰ ਆਉਣ ਦੇਣਾ ਚਾਹੀਦਾ ਕਿ ਨਹੀਂ ਆਉਣ ਦੇਣਾ ਚਾਹੀਦਾ, ਇੰਡੀਆ ਨਾਲ ਕਿੱਦਾਂ ਡੀਲ ਕਰਨਾ, ਚਾਈਨਾ ਨਾਲ ਕਿੱਦਾਂ ਡੀਲ ਕਰਨਾ, ਰਸ਼ੀਆ ਨਾਲ ਕਿੱਦਾਂ ਡੀਲ ਕਰਨਾ। ਹੁਣ ਉਹ ਗੱਲਾਂ ਤੁਸੀਂ ਪਬਲਿਕਲੀ ਗੱਲ ਕਰਨ ਲੱਗ ਪਓ ਤੇ ਫੇਰ ਤੇ ਉਹ ਡਿਪਲੋਮੇਸੀ ਖਤਮ ਹੈ। ਡਿਪਲੋਮੇਸੀ ਦਾ ਨਾਂ ਹੀ ਇਹ ਹੈ ਕਿ ਗੁਪਤ ਹੁੰਦੀ ਹੈ। ਹਾਂਜੀ, ਬਿਲਕੁਲ ਡਾਕਟਰ ਸਾਹਿਬ, ਹੁਣ ਸਮਾਂ ਹੋ ਚੁੱਕਿਆ ਹੈ ਅੱਜ ਦੇ ਵਿਚਾਰ ਦਾ, ਤੇ ਆਪਣੇ ਸਰੋਤਿਆਂ ਨੂੰ ਤੁਸੀਂ ਅੱਜ ਦਾ ਵਿਚਾਰ ਵੀ ਦੱਸ ਦਿਓ। ਅੱਜ ਦਾ ਵਿਚਾਰ ਹੈ ਜੀ, ਕਹਿੰਦੇ ਕਿ ਬਦਕਿਸਮਤ ਵਪਾਰੀ ਜਿਹੜਾ ਹੈ ਉਹ ਇਹ ਸੋਚਦਾ ਹੈ ਕਿ ਜੇ ਮੈਂ ਕਫਨ ਬਣਾਉਣ ਲੱਗ ਪਿਆ ਤਾਂ ਲੋਕਾਂ ਨੇ ਮਰਨੋਂ ਹਟ ਜਾਣਾ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਦੱਸਣਾ ਜ਼ਰੂਰ। ਤੁਸੀਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਮੈਸੇਜ ਕਰ ਸਕਦੇ ਹੋ। ਫੇਸਬੁੱਕ ਅਕਾਊਂਟ ਹੈ ਜੀ ਰੇਡੀਓ ਇੰਡੀਆ 1110 ਦੇ ਨਾਂ ਹੇਠ, ਟਵਿੱਟਰ ਹੈ @radioindia1110 ਤੇ ਇੰਸਟਾਗ੍ਰਾਮ ਵੀ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ। ਕਾਲ ਕਰ ਸਕਦੇ ਹੋ 6045929191 ਤੇ 6045929191 ਤੇ। ਈਮੇਲ ਵੀ ਤੁਸੀਂ ਸਾਨੂੰ ਜੀ ਲਿਖ ਸਕਦੇ ਹੋ ਤੇ ਈਮੇਲ ਲਿਖਣ ਦੇ ਲਈ ਸਾਡਾ ਈਮੇਲ ਐਡਰੈਸ ਹੈ info@radioindia.ca। प्रोग्राम च साथ देने लिए बहुत बहुत शुक्रिया। हैव अ ग्रेट डे।